ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੌਜੂਦ ਨੇ। ਗੱਲਬਾਤ ਅੱਜ ਅਸੀਂ ਪੰਜਾਬ ਦੇ ਮੌਜੂਦਾ ਸੰਕਟ ਤੋਂ ਕਰਾਂਗੇ। ਸੰਕਟ, ਸਮੱਸਿਆਵਾਂ, ਜਿਹਦੇ ਵਿੱਚ ਅਸੀਂ ਓਵਰਆਲ ਕਿ ਕਿਸ ਹਾਲਾਤ ਦੇ ਵਿੱਚ ਕਿਹੜੀ ਕਗਾਰ ਦੇ ਉੱਤੇ ਪੰਜਾਬ ਆ ਕੇ ਖੜਾ ਹੈ, ਜਦੋਂ ਸਿਆਸੀ ਧਿਰਾਂ ਜਾਂ ਜਿਹੜੇ ਪੰਜਾਬ ਨੂੰ ਚਾਹਣ ਵਾਲੇ ਨੇ ਉਹ ਇਹ ਸੋਚਦੇ ਨੇ ਕਿ ਸ਼ਾਇਦ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ ਉਹ ਕਿਤੇ ਖਾਨਾ ਜੰਗੀ ਵੱਲ ਨੂੰ ਪੰਜਾਬ ਨੂੰ ਨਾ ਲੈ ਕੇ ਜਾ। ਦੂਜੇ ਪਾਸੇ ਉਮੀਦਾਂ ਸਿਆਸੀ ਧਿਰਾਂ ਤੋਂ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਦਾ ਰਾਜ ਜਿਸ ਤਰ੍ਹਾਂ ਦਾ ਲੋਕਾਂ ਨੇ ਦੇਖਿਆ, ਹੰਢਾਇਆ, ਉਹਦੇ ਤੋਂ ਅੱਗੇ ਬੈਠੇ ਲੋਕ ਕਿਤੇ ਨਾ ਕਿਤੇ ਬਦਲ ਦੀ ਆਸ ਰੱਖਦੇ ਆਮ ਆਦਮੀ ਪਾਰਟੀ ਵੱਲ ਨੂੰ ਗਏ। ਤੇ ਹੁਣ ਅੱਜ ਦੇ ਹਾਲਾਤ ਇਹ ਨੇ ਕਿ ਤੀਜੇ ਤੋਂ ਬਾਅਦ ਚੌਥਾ ਫਰੰਟ ਜਾਂ ਮਹਾਗਠਜੋੜ ਦੀਆਂ ਗੱਲਾਂ ਇਹ ਸਾਰੀਆਂ ਪੰਜਾਬ ਦੇ ਵਿੱਚ ਆਮ ਅਸੀਂ ਸੁਣ ਲੈਂਦੇ ਹਾਂ। ਨਾਲੋਂ ਨਾਲ ਗੱਲ ਅਸੀਂ ਕਿਸਾਨੀ ਅੰਦੋਲਨ ਤੋਂ ਪੈਦਾ ਹੋਈਆਂ ਜਿਹੜੀਆਂ ਸਿਆਸੀ ਸੰਭਾਵਨਾਵਾਂ ਨੇ ਉਹਦੇ ਉੱਤੇ ਵੀ ਕਰਾਂਗੇ, ਕਿਉਂਕਿ ਅੰਦੋਲਨ ਨੂੰ 1 ਸਾਲ ਦਿੱਲੀ ਦੀਆਂ ਬਰੂਹਾਂ ਤੇ ਹੋ ਚੁੱਕਿਆ। ਲੋਕਾਂ ਦੀਆਂ ਆਸਾਂ ਕਿਸਾਨ ਆਗੂਆਂ ਤੋਂ ਵੀ ਬਹੁਤ ਨੇ ਕਿ ਸ਼ਾਇਦ ਉਹ ਪੰਜਾਬ ਦੇ ਵਿੱਚ ਉਹ ਬਦਲ ਲਿਆ ਸਕਦੇ ਨੇ, ਜਿਹੜਾ ਲੋਕ ਕਹਿ ਸਕਦੇ ਆ ਕਿ ਲੋਕਾਂ ਦੇ ਲਈ ਸੁਪਨਿਆਂ ਦਾ ਬਣਿਆ ਹੋਇਆ ਕਿ ਸ਼ਾਇਦ ਕੀ ਪੰਜਾਬ ਇਸ ਤਰ੍ਹਾਂ ਦਾ ਹੋ ਸਕਦਾ। ਕਿਉਂਕਿ ਹਰ ਪੰਜਾਬੀ ਚਾਹੁੰਦਾ ਹੈ ਕਿ ਉਹ ਬੇਰੁਜ਼ਗਾਰੀ ਤੋਂ ਮੁਕਤ ਹੋਵੇ, ਉਹਦੇ ਬੱਚੇ, ਉਹਦਾ ਪਰਿਵਾਰ ਜਿਹੜਾ ਉਹਨੂੰ ਪ੍ਰਵਾਸ ਨਾ ਕਰਨਾ ਪਏ, ਬਾਹਰਲੇ ਮੁਲਕਾਂ 'ਚ ਨਾ ਜਾਣਾ ਪਵੇ, ਇੱਥੇ ਰਹਿ ਕੇ ਉਹਦੇ ਜਿਹੜਾ ਰੁਜ਼ਗਾਰ ਦੀ ਜਿਹੜੀ ਗਰੰਟੀ ਜਿਹੜੀ ਉਹਨੂੰ ਦਿੱਤੀ ਜਾਣੀ ਹੈ ਉਹ ਉਹਦੇ ਉੱਤੇ ਵੀ ਇੱਕ ਭਰੋਸੇਯੋਗਤਾ ਜਿਹੜੀ ਬਣਦੀ ਨਹੀਂ, ਜਿਸ ਤਰ੍ਹਾਂ ਦੀਆਂ ਵੀ ਗਰੰਟੀਆਂ ਸਿਆਸੀ ਲੀਡਰ ਆ ਕੇ ਜਾਂ ਵਾਅਦੇ ਕਰਦੇ ਨੇ ਜਾਂ ਦਾਅਵੇ ਕਰਦੇ ਨੇ। ਇਹ ਸਭ ਦੇ ਉੱਤੇ ਅਸੀਂ ਚਰਚਾ ਕਰਾਂਗੇ ਕਿ ਆਖਿਰਕਾਰ ਪੰਜਾਬ ਦਾ ਅਸਲ ਰੋਡ ਮੈਪ ਜਿਹੜਾ ਆ ਉਹ ਕੀ ਹੋਣਾ ਚਾਹੀਦਾ ਹੈ, ਤੇ ਕੌਣ ਲੱਗਦਾ ਹੈ ਪੰਜਾਬ ਦੇ ਵਿੱਚ ਇਹੋ ਜਿਹਾ, ਭਾਵੇਂ ਕਿਸੇ ਸਿਆਸੀ ਧਿਰ ਦਾ ਨਾਮ ਨਾ ਵੀ ਲਈਏ ਤਾਂ ਇਹੋ ਜਿਹਾ ਕਿਹੜਾ ਸ਼ਖਸ ਕਹਿ ਸਕਦੇ ਆ ਜਿਹਦੇ ਉੱਤੇ ਅਸੀਂ ਇਮਾਨਦਾਰੀ ਦੇ ਤੌਰ ਦੇ ਉੱਤੇ ਭਰੋਸਾ ਕਰ ਸਕਦੇ ਆ ਕਿ ਉਹ ਪੰਜਾਬ ਨੂੰ ਇਸ ਸੰਕਟ ਦੇ ਵਿੱਚੋਂ, ਇਸ ਮੰਦਹਾਲੀ ਦੇ ਵਿੱਚੋਂ ਬਾਹਰ ਕੱਢ ਸਕਦਾ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਵੈਸੇ ਤਾਂ ਸਾਰਿਆਂ ਨੂੰ ਪਤਾ ਕਿ ਪੰਜਾਬ ਦਾ ਸੰਕਟ ਜਿਹੜਾ ਆ ਉਹਦੇ ਲਈ ਜ਼ਿੰਮੇਵਾਰ ਕੌਣ ਆ, ਪਰ ਤੁਹਾਡਾ ਨਜ਼ਰੀਆ ਕੀ ਕਹਿੰਦਾ ਹੈ ਕਿ ਕੀ ਇਸ ਸੰਕਟ ਦੇ ਵਿੱਚੋਂ, ਇਸ ਮੰਦਹਾਲੀ ਦੇ ਵਿੱਚੋਂ, ਹਰ ਤਰ੍ਹਾਂ ਦੀ ਮੰਦਹਾਲੀ ਹੈ, ਬੇਰੁਜ਼ਗਾਰੀ ਹੋ ਗਈ, ਸਿੱਖਿਆ ਹੋ ਗਈ, ਸਿਹਤ ਹੋ ਗਿਆ, ਹਰ ਪਾਸੇ ਮਾਫੀਆ ਹੀ ਮਾਫੀਆ ਨਜ਼ਰ ਆਉਂਦਾ। ਲੋਕ ਮੁਕਤੀ ਚਾਹੁੰਦੇ ਨੇ ਪਰ ਕੋਈ ਉਹਨਾਂ ਨੂੰ ਮੁਕਤੀ ਦਾਤਾ ਕਹਿ ਲਈਏ ਕਿ ਨਜ਼ਰ ਨਹੀਂ ਆਉਂਦਾ। ਤੁਹਾਡੀ ਗੱਲ ਠੀਕ ਆ ਜੀ। ਜੇ ਮੌਜੂਦਾ ਸੰਕਟ ਨੂੰ ਸਮਝਣ ਵਾਸਤੇ ਸਾਨੂੰ 40 ਸਾਲ ਪਿੱਛੇ ਜਾਣਾ ਪੈਣਾ। ਜਦੋਂ ਖਾਸ ਕਰਕੇ 80 ਦੇ ਦਹਾਕੇ ਦੇ ਵਿੱਚ ਜਿਸ ਕਿਸਮ ਦੀ ਰਾਜਨੀਤੀ ਜਾਂ ਜਿਸ ਕਿਸਮ ਦੇ ਪੰਜਾਬ ਦੇ ਵਿੱਚ ਹਾਲਾਤ ਹੋਏ ਆ, ਤੇ ਉਸ ਤੋਂ ਬਾਅਦ ਪੰਜਾਬ ਲੰਮਾ ਸਮਾਂ ਗਵਰਨਰੀ ਰੂਲ ਦੇ ਥੱਲੇ ਰਿਹਾ ਹੈ, ਤੇ 92 ਤੋਂ ਬਾਅਦ ਆਲਮੋਸਟ 30 ਸਾਲ ਹੋ ਗਏ ਕਿ ਜਦੋਂ ਰਾਜਨੀਤਿਕ ਜਿਹੜੀ ਵਿਵਸਥਾ ਸੀਗੀ ਉਹ ਡੈਮੋਕ੍ਰੇਟਿਕ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਡੈਮੋਕ੍ਰੇਟਿਕ ਹੋਈ ਸੀਗੀ। ਤੋ ਇਹ ਸਾਰੇ ਹਾਲਾਤ ਨੂੰ ਦੇਖਿਆ, ਇਹਨੂੰ ਸਮਝਿਆ, ਇਹਦੀਆਂ ਜੜ੍ਹਾਂ 'ਚ ਗਏ ਤੋਂ ਬਿਨਾਂ ਮੈਨੂੰ ਲੱਗਦਾ ਵੀ ਜਿਹੜੇ ਮੌਜੂਦਾ ਹਾਲਾਤ ਵਾ ਉਹਨਾਂ ਨੂੰ ਅਸੀਂ ਸਮਝ ਨਹੀਂ ਸਕਦੇ। ਕਿਉਂਕਿ ਮੈਨੂੰ ਤਾਂ ਇਹ ਲੱਗਦਾ ਕਿ ਜੋ ਅਸੀਂ ਪਿਛਲੇ 40 ਸਾਲਾਂ ਤੋਂ ਬੀਜਿਆ ਸੀਗਾ, ਅਸੀਂ ਤਾਂ ਮਤਲਬ ਭਾਵ ਹੈਗੇ ਸਾਰੇ ਸਟੇਕ ਹੋਲਡਰ, ਸਾਰਾ ਬਲੇਮ ਰਾਜਨੀਤੀਵਾਨਾਂ ਤੇ ਦੇਣਾ ਇਸ ਕਰਕੇ ਠੀਕ ਨਹੀਂ ਆ ਕਿ ਰਾਜਨੀਤੀਵਾਨ ਸਾਡੇ 'ਚ ਬਣ ਕੇ ਜਾਂਦੇ ਆ, ਅਸੀਂ ਉਹਨਾਂ ਨੂੰ ਬਣਾਉਂਦੇ ਆ। ਅਸੀਂ ਸਾਰੇ ਜਿਹੜੇ ਸਟੇਕ ਹੋਲਡਰ ਸੀਗੇ ਉਸ ਸਮੇਂ ਦੇ ਵਿੱਚ, ਉਸ ਤੋਂ ਬਾਅਦ ਵਾਲੇ, ਉਹ ਸਾਰੇ ਇਸ ਤਰਾਸਦੀ ਵਾਸਤੇ, ਇਸ ਮਦਹਾਲੀ ਵਾਸਤੇ, ਇਸ ਬੁਰੇ ਹਾਲਾਤਾਂ ਵਾਸਤੇ, ਜਾਂ ਜਿਹੜੀ ਰਾਜਨੀਤੀ ਸਾਨੂੰ ਸਾਹਮਣੇ ਦਿਖਦੀ ਆ, ਜਾਂ ਜਿਸ ਕਿਸਮ ਦੀਆਂ ਸਾਡੇ ਕੋਲ ਇਸ ਵੇਲੇ ਚੋਇਸਿਸ ਹੈਗੀਆਂ, ਇੱਕ ਪਾਸੇ ਬਹੁਤ ਵੱਡਾ ਖੂਹ ਆ, ਦੂਸਰੇ ਪਾਸੇ ਖੱਡ ਵਾ, ਤੇ ਇਹ ਸਾਰੇ ਚੰਗੀ ਤਰ੍ਹਾਂ ਇਹ ਨਿਰੀਖਣ ਕਰੀਏ ਤੇ ਸਾਨੂੰ ਲੱਗਦਾ ਹੈ ਕਿ ਜੇ ਅਸੀਂ ਉਸ ਸਮੇਂ ਤੋਂ ਸ਼ੁਰੂ ਕਰੀਏ ਵੀ ਕਿੱਥੇ ਜਾ ਕੇ ਅਸੀਂ ਆਪਣੇ ਆਪ ਜਿਹੜੀ ਹੈਗੀ ਲੋਕਾਂ ਨੇ, ਜਾਂ ਜਿਹੜੀਆਂ ਉਸ ਸਮੇਂ ਦੀਆਂ ਸਰਕਾਰਾਂ ਸੀਗੀਆਂ, ਉਹਨਾਂ ਨੇ, ਹੋਰ ਜਿਹੜੇ ਆਰਗੇਨਾਈਜੇਸ਼ਨ ਸੀਗੀਆਂ, ਹਰ ਧਿਰ ਜਿਹੜੀ ਹੈਗੀ ਸੀ ਉਹਨੇ ਕਿੱਥੇ ਕੁਤਾਹੀ ਕੀਤੀ ਆ, ਆਪਣਾ ਫਰਜ਼ ਨਹੀਂ ਪਛਾਣਿਆ, ਜਾਂ ਕਿਸ ਤਰੀਕੇ ਦੇ ਨਾਲ ਆਪਣੇ ਲਾਲਚ ਖਾਤਰ ਜਾਂ ਆਪਣੇ ਮਫਾਦ ਖਾਤਰ ਅਸੀਂ ਇਹ ਪੰਜਾਬ ਨੂੰ, ਇੰਨਾ ਚੰਗਾ ਜਿਹੜਾ ਸੋਹਣਾ ਪੰਜਾਬ ਸੀਗਾ, ਇਹਦੇ ਜਿਹੜੇ ਸੋਰਸਿਸ ਨੂੰ, ਹਰ ਕਿਸਮ ਦੇ ਸੋਰਸਿਸ ਨੂੰ ਜਿਹੜੇ ਸੀਗਾ ਅਸੀਂ ਆਪਣੇ ਹਿੱਤਾਂ ਵਾਸਤੇ ਜਾਂ ਆਪਣੇ ਹੋਰ ਆਲੇ ਦੁਆਲੇ ਦੇ ਲੋਕਾਂ ਦੇ ਹਿੱਤਾਂ ਵਾਸਤੇ, ਜਾਂ ਬੜੀ ਹੀ ਬੇਰਹਿਮੀ ਦੇ ਨਾਲ ਉਹਦੀ ਦੁਵਰਤੋਂ ਕੀਤੀ ਆ, ਜਾਂ ਉਹ 'ਚ ਲੁੱਟ ਖਸੁੱਟ ਕੀਤੀ ਆ। ਤੇ ਮੈਨੂੰ ਲੱਗਦਾ ਕਿ ਜੇ ਸਾਨੂੰ ਆਪਾਂ ਇਹਦਾ ਦੇਖਿਆ ਜਾਵੇ ਤੇ ਜੋ ਇਸ ਵੇਲੇ ਵਾਪਰਿਆ, ਤੁਸੀਂ ਗੱਲ ਕਹੀ ਆ ਕਿ ਜਿਸ ਕਿਸਮ ਦੀ ਰਾਜਨੀਤੀ ਇਸ ਵੇਲੇ ਹੋ ਰਹੀ ਆ, ਉਹ ਤਾਂ ਲੱਗਦਾ ਵੀ ਕਿਓਸ ਵਾਲੇ ਪਾਸੇ ਵਾਲੇ ਅਸੀਂ ਤੁਰੇ ਜਾਂਦੇ ਆ। ਕੋਈ ਸਰਟਨਟੀ ਨਹੀਂ ਹੈਗੀ, ਕੋਈ ਕੰਟੀਨਿਊਟੀ ਨਹੀਂ ਹੈਗੀ, ਕੋਈ ਮੈਨੂੰ ਤਾਂ ਏਜੰਡਾ ਲੱਗਦਾ ਹੀ ਨਹੀਂ ਹੈ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਇਹੋ ਜਿਹਾ ਏਜੰਡਾ ਹੈਗਾ। ਇਹਦੇ ਨਾਲ ਨਾਲ
ਇਹ ਪੋਲੀਟੀਕਲ ਪਾਰਟੀਆਂ ਜਾਂ ਜਿਹੜੀਆਂ ਖਾਸ ਕਰਕੇ ਲੀਡਰਸ ਹੈਗੇ ਆ, ਇਹ ਆਪਣਾ ਵਿਸ਼ਵਾਸ ਇੰਨਾ ਜ਼ਿਆਦਾ ਗਵਾ ਚੁੱਕੇ ਆ ਕਿ ਜੇ ਹੁਣ ਇਹ ਸੋਨੇ ਦੇ ਵੀ ਬਣ ਕੇ ਆਉਣ ਤੇ ਸ਼ਾਇਦ ਲੋਕਾਂ ਨੂੰ ਵਿਸ਼ਵਾਸ ਕਰਨ ਦੇ ਵਿੱਚ ਇਹਨਾਂ ਨੂੰ ਕਾਫੀ ਜ਼ਿਆਦਾ ਸਮਾਂ ਲੱਗੂਗਾ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇਸ ਮੌਜੂਦਾ ਸਥਿਤੀ ਨੂੰ ਸਮਝਣ ਵਾਸਤੇ, ਵੇਖਣ ਵਾਸਤੇ, ਕਿਉਂਕਿ ਜੇ ਆਪਾਂ ਹੱਲ ਦੀ ਗੱਲ ਤੁਸੀਂ ਕੀਤੀ ਸੀਗੀ, ਹੱਲ ਕੋਈ ਇਹਦਾ ਜਿਹੜਾ ਹੈਗਾ ਉਹ ਜਿਹੜੀ ਹੈਗੀ ਜਾਦੂ ਦੀ ਛੜੀ ਨਹੀਂ ਹੈਗੀ। ਇਹ ਹੱਲ ਬਹੁਤ ਔਖਾ ਹੋ ਗਿਆ। ਹੱਲ ਲਈ ਬਹੁਤ ਡਿਟਰਮੀਨੇਸ਼ਨ ਚਾਹੀਦਾ ਹੈ, ਹੱਲ ਲਈ ਸਾਡੇ ਕੋਲ ਬਹੁਤ ਮੈਚੁਰ ਪੋਲੀਟੀਕਲ ਲੀਡਰਸ਼ਿਪ ਚਾਹੀਦੀ ਆ, ਹੱਲ ਲਈ ਸਾਡੇ ਕੋਲ ਬਹੁਤ ਮਤਲਬ ਰਾਜਨੀਤੀਵਾਨ ਲੋਕ ਚਾਹੀਦੇ ਆ, ਹੱਲ ਲਈ ਸਾਡੇ ਕੋਲ ਸਿਆਣੀ ਪਬਲਿਕ ਚਾਹੀਦੀ ਆ। ਸਾਰੇ ਜਿਹੜੇ ਸਟੇਕ ਹੋਲਡਰਸ ਹੈਗੇ ਆ ਉਹ ਇਸ ਪਾਸੇ ਵੱਲ ਸੋਚਣ। ਪਰ ਹੁਣ ਲੱਗਦਾ ਕਿ ਰਾਜਨੀਤੀ ਇਸ ਕਦਰ ਤੱਕ ਥੱਲੇ ਗਿਰ ਗਈ ਆ ਕਿ ਅੱਜ ਇਹ ਨਹੀਂ ਪਤਾ ਵੀ ਈਵਨ ਜਿਹੜੀਆਂ ਪਾਰਟੀਆਂ ਦੇ ਵਿੱਚ ਵੀ ਕੱਲ ਨੂੰ ਜਿਹੜਾ ਲੋਕਾਂ ਦੁਆਰਾ ਚੁਣਿਆ ਨੁਮਾਇੰਦਾ ਹੈਗਾ ਉਹ ਇਸ ਪਾਰਟੀ ਤੋਂ ਜਿੱਤ ਕੇ ਆਉਂਦਾ, ਦੂਸਰੇ ਪਾਸੇ ਤੁਰ ਜਾਂਦਾ ਵਾ, ਉੱਥੋਂ ਜਾ ਕੇ ਦੂਸਰੇ ਜਾਂਦਾ ਵਾ। ਤੇ ਮੈਨੂੰ ਲੱਗਦਾ ਕਿ ਅਲਟੀਮੇਟਲੀ ਇਹਦਾ ਜਿਹੜਾ ਹੱਲ ਲੱਭਣਾ, ਚਾਹੇ ਇਹਨੂੰ ਕਿਸੇ ਪਾਸੇ ਲੈ ਕੇ ਜਾਣਾ, ਉਹ ਇੰਨਾ ਸੌਖਾ ਨਹੀਂ ਹੈਗਾ ਕਿ ਅਸੀਂ ਜੇ ਸੋਚ ਲਈਏ ਕਿ ਇੰਨੀ ਵੱਡੀ ਤਰਾਸਦੀ, ਇੰਨਾ ਵੱਡਾ ਸੰਕਟ ਹਰ ਪਾਸੇ ਵੱਲੋਂ, ਤੁਸੀਂ ਆਰਥਿਕਤਾ ਦਾ ਸੰਕਟ ਵੇਖ ਲਓ, ਤੁਸੀਂ ਆਪਣੇ ਸੱਭਿਆਚਾਰ ਦਾ ਸੰਕਟ ਵੇਖ ਲਓ, ਤੁਸੀਂ ਖੇਤੀ ਦੀ ਗੱਲ ਤੁਸੀਂ ਕਰ ਹੀ ਰਹੇ ਹੋ, ਉਹਦਾ ਸੰਕਟ ਵੇਖ ਲਓ। ਖੇਤੀ ਦੀ ਇਸ ਕਰਕੇ ਹੈ ਕਿ ਸਾਡੀ ਬਹੁਤ ਸਾਰੀ ਆਲਮੋਸਟ ਅੱਧੀ ਤੋਂ ਜ਼ਿਆਦਾ ਆਬਾਦੀ ਖੇਤੀ ਦੇ ਤੇ ਜਿਹੜੀ ਹੈਗੀ ਡਿਪੈਂਡੈਂਟ ਹੈਗੀ ਆ। ਸਾਡਾ ਜਿਹੜਾ ਜਿਸ ਕਿਸਮ ਦੀ ਬੇਵਿਸ਼ਵਾਸੀ ਹੈ, ਜਿਸ ਕਿਸਮ ਦੀਆਂ ਕਦਰਾਂ ਕੀਮਤਾਂ ਦੀ ਗਿਰਾਵਟ ਹੈ, ਚਾਹੇ ਉਹ ਰਾਜਨੀਤਿਕ ਕਦਰਾਂ ਕੀਮਤਾਂ ਹੈਗੀਆਂ, ਚਾਹੇ ਸਮਾਜਿਕ ਕਦਰਾਂ ਕੀਮਤਾਂ ਹੈਗੀਆਂ, ਜਾਂ ਜਿਸ ਤਰੀਕੇ ਦੇ ਨਾਲ ਜਿਹੜੇ ਖਾਂਦੇ ਪੀਂਦੇ ਲੋਕ ਹੈਗੇ ਆ ਉਹ ਆਮ ਮੇਨ ਸਟ੍ਰੀਮ ਤੋਂ ਲਾਂਭੇ ਹੋ ਗਏ। ਉਹ ਕਹਿੰਦੇ ਸਾਨੂੰ ਮਤਲਬ ਇਸ ਤੱਕ ਪਹੁੰਚ ਕੇ ਮੈਨੂੰ ਕੀ, ਤੈਨੂੰ ਕੀ ਤੇ ਸਾਨੂੰ ਕੀ ਦਾ ਇਹ ਜਿਹੜਾ ਵਰਤਾਰਾ ਹੈਗਾ ਵਾ, ਇਹ ਸਾਰੀਆਂ ਗੱਲਾਂ ਨੂੰ ਜੇ ਆਪਾਂ ਸਾਰੀਆਂ ਇਕੱਠੀਆਂ ਨਹੀਂ ਕਰਦੇ, ਉਹਦੇ ਕਾਰਨ ਨਹੀਂ ਲੱਭਦੇ, ਉਹਦਾ ਇੰਪੈਕਟ ਜਿਹੜਾ ਹੋਇਆ ਉਹ ਨਹੀਂ ਲੱਭਦੇ, ਤੇ ਮੈਨੂੰ ਲੱਗਦਾ ਵੀ ਇਹ ਹਾਲਾਤ ਜਿਹੜੇ ਆ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਸਾਨੂੰ ਕਾਫੀ ਮੁਸ਼ਕਲ ਆਊਗੀ। ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਜਦੋਂ ਤੁਸੀਂ ਕਾਰਨ ਦੀ ਗੱਲ ਕਰਦੇ ਹੋ, ਜਦੋਂ ਧਿਆਨ ਪੈਂਦਾ ਕਿ ਇਤਿਹਾਸ ਵੱਲ ਵੀ ਝਾਤ ਮਾਰ ਲਈ ਜਾਵੇ, ਤਾਂ ਮੈਂ ਚਾਹਾਂਗਾ ਕਿ ਥੋੜਾ ਇਹਨੂੰ ਹੋਰ ਖੋਲ ਕੇ ਦੱਸੋ ਕਿ ਕਾਰਨ ਕੀ ਰਹੇ ਨੇ, ਕਿਉਂਕਿ ਸਵੈ ਪੜਚੋਲ ਦੀ ਵੀ ਜ਼ਰੂਰਤ ਹੁੰਦੀ ਹੈ ਜਦੋਂ ਤੁਸੀਂ ਸੁਧਾਰ ਦੀ ਮੰਗ ਕਰਦੇ ਹੋ। ਇੱਕ ਤਾਂ ਇਹ ਸੀਗਾ ਕਿ ਗ੍ਰੀਨ ਜਿਹੜਾ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਡੀ ਚੰਗੀ ਸ਼ੁਰੂਆਤ ਹੋਈ ਸੀਗੀ 70ਵਿਆਂ ਦੇ ਵਿੱਚ। ਇਸ ਕਿਸਮ ਦਾ, ਕਿਉਂਕਿ ਪੰਜਾਬ ਇੱਕ ਖੁਸ਼ਹਾਲ ਸੂਬਾ ਬਣ ਗਿਆ, ਔਰ ਉਸ ਸਮੇਂ ਦੇ ਵਿੱਚ ਜ਼ਿਆਦਾ ਫੋਕਸ ਜਿਹੜਾ ਸੀਗਾ, ਸਕੂਲ ਖੋਲ੍ਹੇ ਗਏ, ਕਾਲਜ ਖੋਲ੍ਹੇ ਗਏ, ਯੂਨੀਵਰਸਿਟੀਆਂ ਖੋਲ੍ਹੀਆਂ ਗਈਆਂ, ਨੈਟਵਰਕ ਬਣਿਆ, ਪਿੰਡਾਂ 'ਚੋਂ ਲੋਕੀ ਉੱਠ ਕੇ ਬਾਹਰ ਪੜ੍ਹਨ ਵਾਲੇ ਪਾਸੇ ਨੂੰ ਆ ਗਏ, ਬਹੁਤ ਸਾਰੀ ਇੰਪਲਾਇਮੈਂਟ ਜਿਹੜੀ ਸੀਗੀ ਉਹ ਪੈਦਾ ਹੋਈ ਸੀ, ਇੱਕ ਚੰਗੀ ਸ਼ੁਰੂਆਤ ਹੋਈ ਸੀ। ਪਰ ਵਿੱਚ ਜੇ ਜਾ ਕੇ ਜਿੱਦਾਂ ਪੰਜਾਬ ਦੇ ਵਿੱਚ ਹਾਲਾਤ ਵਿਗੜ ਗਏ, ਪੰਜਾਬ ਦੇ ਵਿੱਚ ਬਹੁਤ ਕਿਸਮ ਦੀ ਵਾਇਲੈਂਸ ਸ਼ੁਰੂ ਹੋ ਗਈ, ਔਰ ਵਾਇਲੈਂਸ ਦੀ ਵਜ੍ਹਾ ਕਰਕੇ ਜਿਹੜੀਆਂ ਸਰਕਾਰਾਂ ਦਾ ਟਿਕਾਊਪਣ ਜਿਹੜਾ ਸੀਗਾ ਉਹ ਖਤਮ ਹੋ ਗਿਆ। ਤੁਹਾਨੂੰ ਪਤਾ ਹੋਣਾ ਵੀ 80 ਦੇ ਵਿੱਚ ਜਾ ਕੇ 77 ਤੋਂ ਬਾਅਦ ਹੀ ਸਰਕਾਰ ਆਪਣੀ ਪੂਰੀ ਜਿਹੜੀ ਹੈਗੀ ਸੀ ਉਹ ਮਿਆਦ ਨਹੀਂ ਕਰ ਸਕੀ। 80 ਸਰਕਾਰ ਨਵੀਂ ਬਣੀ, ਉਹਨੂੰ ਵੀ 83 ਦੇ ਵਿੱਚ ਡਿਸਮਿਸ ਕਰ ਦਿੱਤਾ। 45 ਸਰਕਾਰ ਬਣੀ, ਉਹਨੂੰ ਵੀ 85 ਚ ਬਣੀ, 87 ਦੇ ਵਿੱਚ ਕਰ ਦਿੱਤਾ। ਪੰਜਾਬ ਲੰਮਾ ਸਮਾਂ ਜਿਹੜਾ ਸੀ ਸੈਂਟਰਲ ਗੌਰਮੈਂਟ ਦੇ ਅਧੀਨ ਥੱਲੇ ਰਿਹਾ। ਉਹਨਾਂ ਦਾ ਕੰਮ ਸਿਰਫ ਇਹ ਸੀਗਾ ਕਿ ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ, ਬਾਕੀ ਸਾਰਾ ਏਜੰਡਾ ਪਿੱਛੇ ਸੁੱਟਦਾ। ਤਾਂ ਸਾਡੀ ਜਿਹੜੀ ਸ਼ੁਰੂਆਤ ਹੋਈ ਸੀਗੀ ਉਹ ਕਿਤੇ ਨਾ ਕਿਤੇ ਜਾ ਕੇ ਉਹਦੇ ਵਿੱਚ ਜਾ ਕੇ ਬਹੁਤ ਵੱਡਾ ਮਤਲਬ ਜਿਹੜਾ ਸੀਗਾ ਖਲੋਤ ਹੀ ਨਹੀਂ ਆਈ, ਉਹ ਉਲਟੇ ਪਾਸੇ ਵੱਲ ਨੂੰ ਚੱਲ ਗਈ। ਸਰਕਾਰਾਂ ਦਾ ਸਾਰਾ ਜ਼ੋਰ ਜਿਹੜਾ ਸੀ ਉਹ ਲਾ ਐਂਡ ਆਰਡਰ ਵਾਲੇ ਪਾਸੇ ਵੱਲ ਆ ਗਿਆ, ਫੌਜਾਂ ਨੂੰ ਹੋਰ ਇੱਥੇ ਵਧਾਉਣ ਵਾਲੇ ਪਾਸੇ ਵੱਲ ਹੋ ਗਿਆ, ਜਾਂ ਉਹਨਾਂ ਦਾ ਇੱਕੋ ਹੀ ਇਹ ਮਕਸਦ ਰਹਿ ਗਿਆ ਕਿ ਹੋਰ ਕੁਝ ਹੁੰਦਾ ਨਹੀਂ ਹੁੰਦਾ, ਕਿਸੇ ਤਰੀਕੇ ਨਾਲ ਜਿਹੜੀ ਇਹ ਸਮੱਸਿਆ ਹੈਗੀ ਇਹਨੂੰ ਕਾਬੂ ਕੀਤਾ ਜਾਵੇ। ਤੇ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਬਣੀਆਂ ਵਾ 92 ਤੋਂ ਬਾਅਦ ਲੈ ਕੇ ਹੁਣ ਤੱਕ ਜਿਹੜੀ ਸਰਕਾਰਾਂ ਬਣੀਆਂ, ਉਹਨਾਂ ਕਦੀ ਵੀ ਸਿਰ ਸੁੱਟ ਕੇ ਇਹ ਨਹੀਂ ਸੋਚਿਆ ਵੀ ਜਿਹੜਾ ਸਾਡਾ ਉਹ 15 ਸਾਲ ਦਾ ਨੁਕਸਾਨ ਸੀਗਾ, ਖਾਸ ਕਰਕੇ ਸਾਡੇ ਆਰਥਿਕ ਤਾਣੇ ਬਾਣੇ ਦਾ ਨੁਕਸਾਨ ਸੀਗਾ, ਜਾਂ ਸਾਡੇ ਸਮਾਜਿਕ ਤਾਣੇ ਬਾਣੇ ਦਾ ਨੁਕਸਾਨ ਸੀਗਾ, ਵਿਦਿਆ ਦਾ ਨੁਕਸਾਨ ਸੀਗਾ, ਫਿਰ ਉਸ ਕਿਸੇ ਤਰੀਕੇ ਦੇ ਨਾਲ ਉਹ ਡੀਰੇਟ ਸਿਸਟਮ ਨੂੰ ਰੀਰੇਲ ਕਰਨਾ। ਦੂਸਰਾ ਇਹ ਸੀਗਾ ਵੀ ਖੇਤੀਬਾੜੀ ਨੇ ਬਹੁਤ ਲੰਮਾ ਸਮਾਂ ਨਹੀਂ ਸੀ ਚੱਲਣਾ। 80ਆਂ ਦਾ ਦਹਾਕਾ ਸਾਡੇ ਖੇਤੀਬਾੜੀ ਵਾਸਤੇ ਬਹੁਤ ਚੰਗਾ ਸੀ। ਖੇਤੀਬਾੜੀ ਦੀ ਇੱਕ ਲਿਮਟ ਹੁੰਦੀ ਹੈ, ਜ਼ਮੀਨ ਤੁਸੀਂ ਵਧਾ ਨਹੀਂ ਸਕਦੇ, ਜ਼ਮੀਨ ਦੀ ਪ੍ਰੋਡਕਟਿਵਿਟੀ ਤੁਸੀਂ ਸਾਇੰਸ ਤੇ ਟੈਕਨੋਲੋਜੀ ਦੀ ਵਰਤੋਂ ਨਾਲ ਵਧਾ ਸਕਦੇ ਹੋ। ਪਰ ਉੱਥੋਂ ਦੇਖਿਆ ਅਸੀਂ ਕਿ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਬਣੀਆਂ ਸੀ ਉਹਨਾਂ ਦੇ ਵਿੱਚ ਵੀ ਖੜੋਤ ਆ ਗਈ, ਉਹਨਾਂ 'ਚ ਵੀ ਕੋਈ ਨਵੀਂ ਜਿਹੜੀ ਇਸ ਕਿਸਮ ਦੀ ਡਿਵੈਲਪਮੈਂਟ ਨਹੀਂ ਹੋ ਸਕੀ। ਯੂਨੀਵਰਸਿਟੀਆਂ ਦੇ ਵਿੱਚ ਵੀ ਕਈ ਕਿਸਮ ਦੀਆਂ ਸਮੱਸਿਆ ਖੜੀਆਂ ਹੋ ਗਈਆਂ, ਕੋਈ ਨਵੀਂ ਟੈਕਨੀਕ ਨਹੀਂ ਆਈ, ਕੋਈ ਡਿਵਰਸੀਫਿਕੇਸ਼ਨ ਨਹੀਂ ਹੋਈ, ਕਿਉਂਕਿ ਖੇਤੀਬਾੜੀ ਨੇ ਲੈਵਲ ਤੱਕ ਹੀ ਜਾਣਾ ਸੀ। ਪੰਜਾਬ ਨੂੰ ਸਮਝਣ ਲਈ ਸਾਨੂੰ ਇਹਦਾ ਵੀ ਸੋਚਣਾ ਪਊਗਾ, ਇੱਕ ਬਾਰਡਰ ਸਟੇਟ ਆ, ਇੱਕ ਛੋਟੀ ਸਟੇਟ ਵਾ, ਅਸੀਂ ਸਮੁੰਦਰੀ ਤੱਟ ਤੋਂ ਬਹੁਤ ਜ਼ਿਆਦਾ ਦੂਰ ਹੈਗੇ ਆ, ਔਰ ਸਾਡੇ ਕੋਲ ਇੰਡਸਟਰੀ ਦੀ ਬਹੁਤ ਜ਼ਿਆਦਾ ਸਕੋਪ ਨਹੀਂ ਹੈਗਾ। ਇੱਕ ਹੀ ਇੰਡਸਟਰੀ ਦਾ ਹੋ ਸਕਦਾ ਸੀ, ਜਾਂ ਤਾਂ ਅਸੀਂ ਪਾਕਿਸਤਾਨ ਦੇ ਨਾਲ, ਸੈਂਟਰਲ ਏਸ਼ੀਆ ਦੇ ਨਾਲ ਜਿਹੜਾ ਵਾਹਗਾ ਬਾਰਡਰ ਸੀ ਇਹਨੂੰ ਖੋਲ ਦਿੰਦੇ। ਟ੍ਰੇਡ ਬਹੁਤ ਜ਼ਿਆਦਾ,
ਉਹਦੇ ਉੱਤੋਂ ਅਸੀਂ ਬੈਨੀਫਿਟ ਲੈ ਸਕਦੇ ਸੀ। ਦੂਸਰਾ ਹੋ ਸਕਦਾ ਕਿ ਸਾਡੇ ਕੋਲ ਕੁਝ ਏਰੀਆ ਸੀ, ਜਿੱਦਾਂ ਚੰਡੀਗੜ੍ਹ ਦੇ ਲਾਗੇ ਏਰੀਆ ਸੀਗਾ, ਮੋਹਾਲੀ ਸੀਗਾ, ਰੋਪੜ ਸੀਗਾ ਜਾਂ ਜ਼ੀਰਕਪੁਰ ਸੀਗਾ, ਉੱਥੇ ਅਸੀਂ IT ਇੰਡਸਟਰੀ ਜਿੱਦਾਂ ਗੁੜਗਾਉਂ ਦੇ ਬੇਸਿਸ ਦੇ ਉੱਤੇ ਜਾਂ ਬੰਗਲੌਰ ਦੇ ਬੇਸਿਸ ਤੇ ਉਹਨੂੰ ਖੜੀ ਕਰ ਸਕਦੇ ਸੀ। ਪਰ ਅਨਫੋਰਚੂਨੇਟਲੀ ਜਿਹੜੀ ਸਾਡੀ, ਮੈਨੂੰ ਕਹਿਣ 'ਚ ਦੁੱਖ ਵੀ ਹੁੰਦਾ ਕਿ ਜਿਹੜੀ ਲੀਡਰਸ਼ਿਪ ਰਹੀ ਆ ਪਿਛਲੇ 30 ਸਾਲਾਂ ਦੇ ਵਿੱਚ, ਕੁਝ ਬੰਦਿਆਂ ਨੂੰ ਛੱਡ ਕੇ ਬਾਕੀ ਸਾਰੀ ਜਿਹੜੀ ਲੀਡਰਸ਼ਿਪ ਸੀ ਉਹ ਫਿਊਡਲ ਲਾਰਡ ਦੀ ਸੀ, ਉਹ ਜ਼ਿਮੀਂਦਾਰਾਂ ਦੀ ਸੀ, ਉਹ ਜ਼ਗੀਰਦਾਰਾਂ ਦੀ ਸੀਗੀ, ਜਿਹੜੇ ਗ੍ਰੀਨ ਰੈਵੋਲੂਸ਼ਨ ਦੇ ਨੂੰ ਆਪਾਂ ਕਹਿੰਦੇ ਨੇ ਵੀ ਲੈਜੀਟੀਮੇਟ ਚਿਲਡਰਨ ਸੀਗੇ, ਜਿਨ੍ਹਾਂ ਨੇ ਗ੍ਰੀਨ ਰੈਵੋਲੂਸ਼ਨ ਦੇ ਵਿੱਚੋਂ ਬੈਨੀਫਿਟ ਲੈ ਕੇ ਤੇ ਆਰਥਿਕ ਸ਼ਕਤੀ ਦੇ ਵਧਣ ਦੇ ਨਾਲ ਰਾਜਨੀਤਿਕ ਜਿਹੜੀ ਤਾਕਤ ਵਾ ਉਹਨੂੰ ਵੀ ਵਧਾਇਆ, ਤੇ ਉਹਨੂੰ ਕਾਬੂ ਵੀ ਕੀਤਾ, ਤੇ ਉਹਨੂੰ ਡਿਵਰਸੀਫਾਈ ਵੀ ਕੀਤਾ। ਤੇ ਇਸ ਕਰਕੇ ਕਿਸੇ ਵੀ ਲੈਵਲ ਦੇ ਉੱਤੇ ਇਹ ਏਜੰਡਾ ਨਹੀਂ ਬਣਿਆ ਕਿ ਅਸੀਂ ਜਿਹੜੀ ਆਉਣ ਵਾਲੀ ਪੀੜ੍ਹੀ ਹੈਗੀ ਆ, ਜਿਹੜੇ ਇੱਥੋਂ ਦੇ ਲੋਕ ਹੈਗੇ ਆ, ਐਗਰੀਕਲਚਰ, ਕਿਉਂਕਿ ਨਵੇਂ ਏਰੀਆ ਐਗਰੀਕਲਚਰ ਹੀ ਡਿਵੈਲਪ ਹੋ ਗਏ ਪੰਜਾਬ ਦੀ, ਇਸੇ ਕਰਕੇ ਐਗਰੀਕਲਚਰ ਦੀ ਇੰਪੋਰਟੈਂਸ ਉਹਦੇ ਘਟ ਗਏ ਕਿ ਅਸੀਂ ਉਹਨੂੰ ਡਿਵਰਸੀਫਾਈ ਕਰੀਏ, ਅਸੀਂ ਉਹਨੂੰ ਹੋਰ ਨਵੇਂ ਤਰੀਕੇ ਦੇ ਨਾਲ ਚੈਨਲਾਈਜ਼ ਕਰੀਏ। ਕਿਉਂਕਿ ਜਿਹੜੀ ਲੀਡਰਸ਼ਿਪ ਸੀਗੀ, ਮੈਂ ਤਾਂ ਬਲੇਮ ਕਰਦਾ, ਜੇ ਮੋਟੇ ਤੌਰ 'ਤੇ ਕਹਿਣਾ ਹੋਵੇ ਕਿ ਜਿਹੜੀ ਪਿਛਲੇ 30 ਸਾਲਾਂ ਦੀ ਲੀਡਰਸ਼ਿਪ ਸੀ ਉਹਨੇ ਸਾਨੂੰ ਫੇਲ ਕੀਤਾ, ਪੰਜਾਬ ਦੇ ਲੋਕਾਂ ਨੂੰ ਫੇਲ ਕੀਤਾ। ਤੇ ਜੋ ਸਮੱਸਿਆ ਪੰਜਾਬ ਦੇ ਲੋਕ ਇਸ ਵੇਲੇ ਭੁਗਤ ਰਹੇ ਆ, ਉਹਦੇ ਲਈ ਸਿੱਧੇ ਤੌਰ ਤੇ ਇਹ ਸਾਡੇ 30 ਸਾਲਾਂ ਤੋਂ ਜਿੰਨਾ ਵੀ ਪਾਰਟੀਆਂ, 2 ਪਾਰਟੀਆਂ ਨੇ ਵੱਡੇ ਤੌਰ ਤੇ ਰੂਲ ਕੀਤਾ ਹੈਗਾ, ਇਹ ਜ਼ਿੰਮੇਵਾਰ ਹੈਗੀਆਂ। ਔਰ ਅਲਟੀਮੇਟਲੀ ਲੋਕਾਂ ਨੂੰ ਇਹਨਾਂ ਨੇ ਉਸ ਖੂਹ ਦੇ ਵਿੱਚ ਲੈ ਕੇ ਸੁੱਟ ਦਿੱਤਾ ਵਾ ਕਿ ਜਿੱਥੋਂ ਹੁਣ ਖਾਸ ਕਰਕੇ ਥੋੜੀ ਜਿਹੀ ਆਸ, ਜਿਹੜੀ ਤੁਸੀਂ ਗੱਲ ਕੀਤੀ ਸੀਗੀ ਕਿ ਕਿਸਾਨੀ ਸੰਘਰਸ਼ ਜਿਹੜਾ ਹੈਗਾ ਵਾ ਉਹ ਤਿਣਕੇ ਦਾ ਸਹਾਰਾ ਬਣ ਰਿਹਾ ਵਾ, ਕਿ ਜਿੱਥੇ ਉਹਨਾਂ ਨੂੰ ਮਾੜਾ ਮੋਟਾ ਪੱਲਾ ਫੜਾ ਕੇ ਤੇ ਲੋਕਾਂ ਨੂੰ ਆਪਣੇ ਪੈਰਾਂ ਦੇ ਉੱਤੇ, ਪੈਰਾਂ ਦੇ ਆਰਥਿਕ ਤੌਰ ਤੇ ਨਹੀਂ, ਘੱਟੋ ਘੱਟ, ਕਿਉਂਕਿ ਹੋਪਲੈਸਨੈਸ ਸਾਡੇ 'ਚ ਬਹੁਤ ਹੋ ਗਈ ਆ, ਇਸੇ ਕਰਕੇ ਅਸੀਂ ਆਪਣੀਆਂ ਜ਼ਮੀਨਾਂ ਵੀ ਛੱਡ ਰਹੇ ਹਾਂ, ਇਸੇ ਕਰਕੇ ਅਸੀਂ ਇੱਥੋਂ ਨੱਠ ਵੀ ਰਹੇ ਹਾਂ, ਇਸੇ ਕਰਕੇ ਅਸੀਂ ਸਾਰੀਆਂ ਸੰਭਾਵਨਾ ਹੋਣ ਦੇ ਬਾਵਜੂਦ ਵੀ ਸਾਰੇ ਲੋਕ ਜਿਹੜੇ ਆਪਣੇ ਨਿਆਣਿਆਂ ਨੂੰ ਕਹਿੰਦੇ ਵੀ ਇੱਥੋਂ ਤੁਸੀਂ ਬਾਹਰ ਚਲੇ ਜਾਓ। ਤੇ ਇਹ ਥੋੜਾ ਜਿਹਾ ਬਹੁਤਾ ਇੱਕ ਜਿਹਨੂੰ ਨਾ ਰੇ ਆਫ ਹੋਪ ਹੈਗੀ ਆ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਮੋੜਾ ਜਿਹੜਾ ਹੈਗਾ ਵਾ ਉਹ ਇਸ ਪਾਸੇ ਵੱਲ ਪਵੇ। ਮੈਂ ਪ੍ਰੋਫੈਸਰ ਸਾਹਿਬ ਇਹਦੇ ਤੇ ਵੀ ਆਉਂਗਾ ਕਿਸਾਨਾਂ ਦੇ ਸਵਾਲ ਤੇ, ਪਰ ਸਿਆਸਤ ਜਿਹੜੀ ਹੈ ਉਹਨੂੰ ਮੈਂ ਚਾਹੁੰਦਾ ਕਿ ਜਿੰਨੀਆਂ ਗੁੰਝਲਾਂ ਨੇ ਉਹਨੂੰ ਹੋਰ ਆਪਾਂ ਖੋਲਣ ਦੀ ਕੋਸ਼ਿਸ਼ ਕਰੀਏ। ਕਿ ਤੁਸੀਂ ਕਿਹਾ ਕਿ ਪਿਛਲੇ 30 ਸਾਲ, ਜੇ ਮੈਂ ਸਿਰਫ 1.5 ਦਹਾਕੇ ਤੇ ਜੇ ਆਪਾਂ ਨਜ਼ਰ ਮਾਰ ਲਈਏ, 10 ਕੁ ਸਾਲ ਅਕਾਲੀ ਦਲ ਤੇ ਬੀਜੇਪੀ ਦੇ, ਉਸ ਤੋਂ ਬਾਅਦ ਕੈਪਟਨ ਸਾਹਿਬ 2017 ਚ ਆਏ, ਇਹਨਾਂ ਨੇ ਜੋ ਕੁਝ ਸਬਜ਼-ਬਾਗ ਦਿਖਾਏ, ਉਹਨੂੰ ਲੈ ਕੇ ਲੋਕਾਂ ਨੂੰ ਇੱਕ ਉਮੀਦ ਜੀ ਜਾਗੀ ਕਿ ਸ਼ਾਇਦ ਪੰਜਾਬ ਕਿਤੇ ਪੈਰਾਂ ਸਿਰ ਆ ਜੇ। ਪਰ ਨਾਲੋਂ ਨਾਲ ਜਦੋਂ ਅਸੀਂ ਤਸਵੀਰ ਹੁਣ ਦੇਖਦੇ ਹਾਂ ਅੱਜ ਦੀ, 1.5 ਦਹਾਕੇ ਬਾਅਦ, ਤਕਰੀਬਨ ਮੇਰੇ ਪੌਣੇ 5 ਸਾਲ ਇਹਨਾਂ ਨੂੰ ਹੋ ਗਏ ਤੇ 10 ਕੁ ਸਾਲ ਉਹਨਾਂ ਨੇ ਲੰਘਾਏ, ਤੇ ਅਸੀਂ ਫੇਰ ਮੈਨੂੰ ਲੱਗਦਾ ਕਿ 2017 ਵਾਲੇ ਸੀਨ ਵਿੱਚ ਆ ਕੇ ਖੜੇ ਹੋ ਗਏ ਆ। ਫਿਰ ਪੰਜਾਬ ਉਸੇ ਥਾਂ ਦੇ ਉੱਤੇ ਖੜਾ, ਸੰਕਟ ਹੋਈ, ਸਾਰੀਆਂ ਸਮੱਸਿਆਵਾਂ ਹੋਈ, ਤੇ ਗੱਲ ਫੇਰ ਉੱਥੇ ਆ ਗਈ ਕਿ ਕੀ ਪੰਜਾਬ ਨੂੰ ਕੋਈ ਨਵਾਂ ਗੱਠਜੋੜ, ਕੋਈ ਨਵੀਂ ਧਿਰ ਬਚਾ ਸਕਦੀ ਹੈ, ਜਾਂ ਫਿਰ ਕੀ ਅਸੀਂ ਇਹਨਾਂ ਪਾਰਟੀਆਂ ਦੇ, ਇਹਨਾਂ ਰਵਾਇਤੀ ਸਿਆਸੀ ਪਾਰਟੀਆਂ ਦੇ ਉੱਤੇ ਕੋਈ ਇਹੋ ਜਿਹਾ ਪ੍ਰੈਸ਼ਰ, ਕੋਈ ਇਹੋ ਜਿਹਾ, ਜਿਵੇਂ ਕਿਸਾਨਾਂ ਨੇ ਅੰਦੋਲਨ ਖੜਾ ਕੀਤਾ, ਕੋਈ ਇਹੋ ਜਿਹਾ ਪੰਜਾਬ ਦੇ ਵਿੱਚ ਪੰਜਾਬ ਪੱਖੀ ਕੋਈ ਸਿਆਸਤ ਸ਼ੁਰੂ ਹੋਵੇ ਜਿਹਦੇ ਨਾਲ ਇਹਨਾਂ ਨੂੰ ਸ਼ੀਸ਼ਾ ਦਿਖਾਇਆ ਜਾ ਸਕੇ, ਇਹਨਾਂ ਤੋਂ ਜਵਾਬ ਲੈ ਕੇ ਇਹਨਾਂ ਤੋਂ ਇੱਕ ਚੰਗੀ ਸਿਆਸਤ ਲਿਆਂਦੀ ਜਾ ਸਕੇ, ਜਾਂ ਫਿਰ ਨਵਾਂ ਹੀ ਕੁਝ ਨਾ ਕੁਝ ਖੜਾ ਕਰਨਾ ਪੈਣਾ? ਮੈਨੂੰ ਲੱਗਦਾ ਕਿ ਥੋੜਾ ਜਿਹਾ ਹੋਰ ਪਿੱਛੇ ਜਾਣਾ ਪਊਗਾ। 80 ਦੇ ਦਹਾਕੇ ਦੇ ਵਿੱਚ ਪੰਜਾਬ ਇੱਕ ਕਿਸਮ ਦਾ ਪੁਲਿਸ ਸਟੇਟ ਬਣ ਗਿਆ, ਕਿਉਂਕਿ ਟਾਡਾ ਇੱਥੇ ਆਇਆ ਸੀਗਾ, ਪੁਲਿਸ ਨੂੰ ਅਨਲਿਮਿਟਿਡ ਜਿਹੜੀਆਂ ਹੈਗੀਆਂ ਪਾਵਰ ਦੇ ਦਿੱਤੀਆਂ, ਰੈਵਨਿਊ ਜ਼ਿਲ੍ਹਿਆਂ ਦੇ ਵਿੱਚੋਂ ਪੁਲਿਸ ਜ਼ਿਲ੍ਹੇ ਜਿਹੜੇ ਆ ਉਹ ਖੜੇ ਕਰ ਦਿੱਤੇ ਗਏ, ਔਰ ਜਿਸ ਤਰੀਕੇ ਦੇ ਨਾਲ ਪੁਲਿਸ ਨੂੰ ਸਿਵਲ ਅਥਾਰਟੀ ਤੋਂ ਲਾਂਭੇ ਕੀਤਾ ਗਿਆ, ਔਰ ਜਿਸ ਤਰੀਕੇ ਨਾਲ ਪੁਲਿਸ ਦਾ ਸਿਆਸੀਕਰਨ ਹੋਇਆ, ਕਿਉਂਕਿ ਪੁਲਿਸ ਦੇ ਵਿੱਚ ਕੋਈ ਨੈਸ਼ਨਲ ਲੈਵਲ ਤੇ ਕੋਈ ਬਹੁਤ ਵੱਡਾ ਰਿਫਾਰਮ ਨਹੀਂ ਹੋਇਆ, ਔਰ ਜਿਸ ਤਰੀਕੇ ਨਾਲ ਨੈਟਵਰਕਿੰਗ ਸਾਰੀ ਜਿਹੜੀ ਇਹ ਹੋਈ ਆ, ਤੇ ਇਹ ਸਾਰੇ ਮੈਂ ਕਹਿੰਦਾ ਕਿ ਕੰਟੀਨਿਊਟੀ ਆ ਉਸ ਰਾਜਨੀਤੀ ਦੀ। ਇਸੇ ਕਰਕੇ ਜਦੋਂ ਵੀ ਤੁਸੀਂ ਗੱਲ ਕੀਤੀ ਆ ਕਿ ਇੱਥੇ ਸੰਭਾਵਨਾ ਬੜੀ ਰਹਿੰਦੀ, ਪੰਜਾਬ ਸੰਭਾਵਨਾਵਾਂ ਦਾ ਦੇਸ਼ ਵੀ ਹੈਗਾ ਵਾ, ਪੰਜਾਬ ਦੇ ਲੋਕ ਨਵੇਂ ਐਕਸਪੈਰੀਮੈਂਟ ਕਰਨਾ ਵੀ ਲੋਚਦੇ ਆ, ਉਹ ਕਰਦੇ ਆ। 90-92 ਦੇ ਵਿੱਚ ਤੁਸੀਂ ਦੇਖਿਆ ਵੀ ਆਮ ਜਿਹੜੀ ਤੁਹਾਡੀ ਸੀ ਬਹੁਜਨ ਸਮਾਜ ਪਾਰਟੀ ਸੀ, ਉਹਨੂੰ ਵੀ ਹੁੰਗਾਰਾ ਮਿਲਿਆ ਸੀ ਉਸ ਸਮੇਂ ਦੇ ਵਿੱਚ। ਬਹੁਜਨ ਸਮਾਜ ਪਾਰਟੀ ਦੇ ਜਿਹੜੇ ਸੀਗੇ 96 ਦੇ ਵਿੱਚ 3-4 ਬੰਦੇ MP ਵੀ ਬਣਦੇ ਰਹੇ, ਮੇਰੇ ਖਿਆਲ ਜਿਹੜੇ ਮਾਨਵਰ ਕਾਂਸ਼ੀ ਰਾਮ ਜੀ ਸੀਗੇ, ਉਹ ਓਪਨ ਸੀਟ ਜਿਹੜਾ ਹੈਗਾ ਸੀ ਹੁਸ਼ਿਆਰਪੁਰ ਤੋਂ ਜਿੱਤ ਕੇ ਜਿਹੜੇ ਸੀ ਉਹ MP ਬਣੇ ਸੀਗੇ। ਇਸ ਤੋਂ ਬਾਅਦ ਫਿਰ ਇੱਕ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕੀਤੀ ਆ ਵੀ 14 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਸੀਗਾ, 17 ਚਲੋ ਫਿਰ ਉਹ ਦੂਸਰਾ ਇਹ ਹੋ ਗਿਆ। ਪੰਜਾਬ ਦੇ ਲੋਕ ਤਿਆਰ ਆ, ਇਹ ਨਹੀਂ ਹੈਗਾ ਕਿ ਪੰਜਾਬ ਦੇ ਲੋਕ ਨਵਾਂ ਤਜਰਬਾ ਕਰਨ ਨੂੰ ਤਿਆਰ ਨਹੀਂ ਹੁੰਦੇ, ਪਰ ਤਜਰਬਾ ਕਰੋਗੇ ਜੇ ਤੁਹਾਨੂੰ ਵਾਇਬਲ ਆਲਟਰਨੇਟਿਵ ਮਿਲਦਾ। ਫਾਰਚੂਨੇਟ ਅਨਫਾਰਚੂਨੇਟ ਪਾਰਟ ਇਹ ਹੈਗਾ ਕਿ ਸਾਡੇ ਕੋਲ ਜਿਹੜੀ ਲੀਡਰਸ਼ਿਪ ਹੈਗੀ ਪੰਜਾਬ ਦੀ, ਉਹ ਖਾਸ ਕਰਕੇ ਠੀਕ ਆ, ਹੁਣ ਥੋੜੀ ਬਹੁਤੀ ਚੇਂਜ ਆਈ ਆ,
ਇੱਕੋ ਹੀ ਕਾਸਟ ਇੱਕੋ ਹੀ ਕਲਾਸ ਦੇ ਵਿੱਚੋਂ ਆਈ ਹੈ। ਜਿਹੜੀ ਡੋਮੀਨੈਂਟ ਜਿਹੜਾ ਹੈਗੇ ਡੋਮੀਨੈਂਸ ਇਹਨਾਂ ਦੀ ਕਮਿਊਨਿਟੀ ਪਾਵਰ ਸਟਰਕਚਰ ਦੇ ਵਿੱਚ ਪਿੰਡ ਦੇ ਵਿੱਚ ਜਿਹੜੀ ਧੜੱਲੇਬੰਦੀ ਆ ਉਹੀ ਜਿਹੜਾ ਹੈਗਾ ਵਾ ਉਹੀ ਲੰਬੜਦਾਰ ਉੱਥੇ। ਤੁਸੀਂ ਦੇਖੋ ਨਾ ਕਿ ਸਾਡੀ ਰਾਜਨੀਤੀ ਕੋਈ ਵਿਚਾਰਧਾਰਾ ਦੀ ਰਾਜਨੀਤੀ ਨਹੀਂ ਰਹਿ ਗਈ। ਵੈਸੇ ਤਾਂ ਸਾਰੇ ਦੇਸ਼ ਦੇ ਵਿੱਚ ਹੀ ਰਾਜਨੀਤੀ ਵਿਚਾਰਧਾਰਾ ਦੀ ਬੈਕਸੀਟ ਚੱਲੀ ਆ, ਪਰ ਪੰਜਾਬ 'ਚ ਕੰਮ ਪਹਿਲਾਂ ਸ਼ੁਰੂ ਹੋ ਗਿਆ ਸੀ। ਪੰਜਾਬ ਦੇ ਵਿੱਚ ਧੜੇ ਆ, ਸਾਡੀ ਰਾਜਨੀਤੀ ਦੇ ਵਿੱਚ ਧੜੇ ਆ, ਸਾਡੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਧੜੇ ਆ। ਜਦੋਂ ਧੜੇ ਹੁੰਦੇ ਆ ਤਾਂ ਧੜੇ ਦਾ ਕੋਈ ਅਸੂਲ ਜਿਹੜਾ ਨਾ ਉਹ ਕੋਈ ਸਿਧਾਂਤਕ ਅਸੂਲ ਨਹੀਂ ਹੁੰਦਾ, ਉਹ ਹੁੰਦਾ ਮਾਈ ਵੇ ਔਰ ਹਾਈਵੇ। ਤੁਸੀਂ ਉਸ ਤਰੀਕੇ ਨਾਲ ਚੱਲਦੇ ਹੋ ਤਾਂ ਇਹਦੇ ਵਿੱਚੋਂ ਫਿਰ ਤੁਹਾਨੂੰ ਆਲਟਰਨੇਟਿਵ ਲੱਭਣਾ ਜਿਹੜਾ ਕਈ ਵਾਰੀ ਬਹੁਤ ਜਿਹੜਾ ਮੁਸ਼ਕਲ ਹੋ ਜਾਂਦਾ। ਦੂਸਰੀ ਗੱਲ ਇਹ ਹੈਗੀ ਆ ਕਿ ਸਾਡੇ ਕੋਈ ਵੀ ਚੀਜ਼ ਨੋਰਮਲ ਨਹੀਂ ਹੁੰਦੀ। ਪੰਜਾਬ ਦੀ ਇਤਿਹਾਸ ਪੁਰਾਣਾ ਵੀ ਹੈਗਾ, ਜਿੱਦਾਂ ਕਹਿੰਦੇ ਵੀ ਜਾਂ ਅਸੀਂ ਕੁੱਟ ਖਾਣ ਡਏ ਹੁੰਦੇ ਹਾਂ ਤੇ ਜਾਂ ਅਸੀਂ ਕੁੱਟਣ ਡਏ ਹੁੰਦੇ ਹਾਂ। ਇਨ ਬਿਟਵੀਨ ਵਾਲਾ ਕੰਮ ਜਿਹੜਾ ਉਹ ਸ਼ਾਇਦ ਹੁਣ ਆਉਣ ਵਾਲੇ ਸਮੇਂ 'ਚ ਹੋ ਜਾਵੇ, ਪਰ ਅੱਜ ਤੱਕ ਉਹ ਨਹੀਂ ਹੈਗਾ। ਤੁਸੀਂ ਇਹ ਗੱਲ ਦਿੱਤੀ ਆ ਕਿ ਜਿਹੜੀ ਐਗਜ਼ਾਮਪਲ ਦਿੱਤੀ ਠੀਕ ਆ, ਆਲਟਰਨੇਟਿਵ ਰਿਹਾ। ਕਾਂਗਰਸ ਨੇ ਕੋਈ ਤਕਰੀਬਨ 50 ਸਾਲ ਕਾਂਗਰਸ ਨੇ ਰਾਜ ਕੀਤਾ ਵਾ ਤੇ ਕੋਈ 18-19 ਸਾਲ ਜਿਹੜਾ ਹੈਗਾ ਵਾ ਉਹ ਇਹਨਾਂ ਨੇ ਅਕਾਲੀਆਂ ਨੇ 20 ਸਾਲ ਲਾ ਲਓ ਤੁਸੀਂ ਨੌਨ ਕਾਂਗਰਸ ਵਾਲਿਆਂ ਨੇ ਕੀਤਾ ਵਾ। ਤੇ ਇਹਨਾਂ ਦੋਵਾਂ 'ਚ ਘੁੰਮਦੀ ਰਹੀ ਆ। ਤਾਂ ਪਿਛਲੇ ਸਮੇਂ 'ਚ ਆਪਾਂ 30 ਸਾਲਾਂ ਤੋਂ ਵੇਖਦੇ ਹਾਂ ਵੀ ਉਹ ਵਾਰੀ ਹੁੰਦੀ। ਸਿਰਫ 2012 ਦੇ ਵਿੱਚ ਕਾਂਗਰਸ ਜ਼ਿਆਦਾ ਓਵਰ ਕੌਨਫੀਡੈਂਟ ਹੋ ਗਈ ਸੀ, ਉਹਨੂੰ ਸਿਰਫ 20,000 ਵੋਟ ਸਾਰੇ ਪੰਜਾਬ ਚਾਹੀਦੀ ਸੀਗੀ। 10-15 ਸੀਟਾਂ ਉਹ 1000 ਦੇ ਮਾਰਜਨ ਤੋਂ ਘੱਟ ਹਾਰ ਗਈ ਸੀ, ਕਿਉਂਕਿ ਇਹ ਸੋਚਿਆ ਤੁਹਾਡੇ ਮਹਾਰਾਜਾ ਸਾਹਿਬ ਨੇ ਵੀ ਮੈਂ ਤਾਂ ਇਹ ਸਾਡੀ ਵਾਰੀ ਆ, ਪਰ ਉਹ ਸਾਡੀ ਵਾਰੀ ਨਹੀਂ ਸੀ ਆਈ। ਔਰ ਉਹ ਸਾਡੀ ਵਾਰੀ ਇਹਨਾਂ ਦੀ ਵਾਰੀ ਨਾ ਆਉਣ ਕਰਕੇ ਪੰਜਾਬ ਦੇ ਵਿੱਚ ਜਦੋਂ ਦੂਸਰੀ ਵਾਰੀ ਅਕਾਲੀ ਸਰਕਾਰ ਬਣੀ ਆ ਤਾਂ ਆਪਾਂ ਸਭ ਨੂੰ ਪਤਾ ਵੀ ਉਹਦਾ ਕੀ ਨਤੀਜਾ ਸਾਡੇ ਸਾਹਮਣੇ ਹੋਇਆ। ਹੁਣ ਤੁਸੀਂ ਆਲਟਰਨੇਟਿਵ ਦੀ ਗੱਲ ਕਰਦੇ ਹੋ। ਆਲਟਰਨੇਟਿਵ ਦੀ ਦੇਖੋ ਨਾ, ਇਸ ਵੇਲੇ ਆਲਟਰਨੇਟਿਵ ਤਾਂ ਲੋਕ ਤਾਂ ਚਾਹੁੰਦੇ ਆ ਕਿ ਸਾਨੂੰ ਤੀਜੀ ਧਿਰ ਮਿਲੇ। ਮੈਂ ਇਹਦੇ ਵਿੱਚ ਪੰਜਾਬੀ ਟ੍ਰਿਬਿਊਨ 'ਚ ਵੀ ਲਿਖਿਆ ਸੀਗਾ ਕਿ ਤੀਸਰਾ ਬਦਲ ਜਿਹੜਾ ਹੈਗਾ ਲੋਕ 14 'ਚ ਵੀ ਚਾਹੁੰਦੇ ਸੀਗੇ, ਲੋਕੀ 17 'ਚ ਵੀ ਚਾਹੁੰਦੇ ਸੀ। ਸਾਨੂੰ ਜਿਹੜੀ ਆਪ ਦੀ ਲੀਡਰਸ਼ਿਪ ਉਹ ਫੇਲ ਕਰ ਰਹੀ ਆ। ਚੱਕਰ ਇਹ ਹੈਗਾ ਕਿ ਆਪ ਸਾਰਾ ਕੁਝ ਕੰਸਨਟਰੇਟ ਕਰਨਾ ਚਾਹੁੰਦਾ ਵਾ ਦਿੱਲੀ ਦਰਬਾਰ ਦੇ ਵਿੱਚ, ਔਰ ਉਹ ਇਸ ਤਰੀਕੇ ਨਾਲ ਟਰੀਟ ਕਰ ਰਿਹਾ ਪੰਜਾਬ ਦੀ ਲੀਡਰਸ਼ਿਪ ਨੂੰ। ਤੁਸੀਂ ਦੇਖੋ ਨਾ, ਜਿਹੜੇ ਵੀ ਉੱਥੇ ਲੋਕ ਹੈਗੇ ਸੀ, ਮੈਨੂੰ ਲੱਗਦਾ ਵੀ ਅੱਧੇ ਤੋਂ ਜ਼ਿਆਦਾ ਲੋਕ ਤਾਂ ਛੱਡ ਕੇ ਆਪ ਨੂੰ ਦੂਸਰੇ ਪਾਸੇ ਲਾ ਗਏ ਆ। ਆਪ ਦੇ ਵਿੱਚ ਜਿੰਨਾ ਪਾਵਰ ਦੀ ਸੈਂਟਰਲਾਈਜੇਸ਼ਨ ਹੈਗੀ ਆ, ਵਨ ਮੈਨ ਸ਼ੋ ਆ। ਉਹ ਪਾਰਟੀ ਦਾ ਪ੍ਰਧਾਨ ਨਹੀਂ ਹੈ, ਉਹ ਜਿਹੜਾ ਹੈਗਾ ਕੋਈ ਹੋਈ ਆਰਗੇਨਾਈਜੇਸ਼ਨ ਨਹੀਂ ਹੈ, ਉਹ ਕਨਵੀਨਰ ਹੈ। ਤਾਂ ਇਸ ਕਰਕੇ ਪੰਜਾਬ ਦੇ ਲੋਕ ਕਦੀ ਵੀ, ਕਿਉਂਕਿ ਦਿੱਲੀ ਦਰਬਾਰ ਦਾ ਜਦੋਂ ਨਾਂ ਹੁੰਦਾ ਵਾ ਤੇ ਫਿਰ ਪੰਜਾਬ ਦੇ ਲੋਕਾਂ ਨੂੰ ਸ਼ੱਕ ਪੈਦਾ ਹੋਣਾ ਸ਼ੁਰੂ ਹੋ ਜਾਂਦਾ। 17 ਦੇ ਵਿੱਚ ਵੀ ਇਦਾਂ ਹੀ ਹੋਇਆ, ਕਿਉਂਕਿ ਪੰਜਾਬ ਦੇ ਲੋਕਾਂ ਨੂੰ 14 ਦੇ ਵਿੱਚ, ਹਾਂ ਇਹ ਮੰਨ ਸਕਦੇ ਹਾਂ ਕਿ 14 ਦੇ ਵਿੱਚ ਪਾਰਟੀ ਨਵੀਂ ਸੀਗੀ। ਆਮ ਆਦਮੀ ਪਾਰਟੀ 'ਚ ਇਕੱਲਾ ਕੇਜਰੀਵਾਲ ਨਹੀਂ ਸੀਗਾ, ਉੱਥੇ ਬਹੁਤ ਹੋਰ ਸਿਆਣੇ ਲੋਕ ਸੀਗੇ। ਉਹਦੇ ਵਿੱਚ ਐਡਮਿਰਲ ਰਾਮਦਾਸ ਵਰਗੇ ਲੋਕ ਸੀਗੇ, LK ਝਾ ਸਾਹਿਬ ਵਰਗੇ ਲੋਕ ਸੀਗੇ, ਆਨੰਦ ਕੁਮਾਰ ਵਰਗੇ ਲੋਕ ਸੀਗੇ, ਪ੍ਰਸ਼ਾਂਤ ਭੂਸ਼ਣ ਹੁਣੀ ਸੀਗੇ, ਜੋਗਿੰਦਰ, ਬਹੁਤ ਸਾਰੇ ਮੈਂ ਸੈਂਕੜੇ ਨਾਂ ਗਿਣ ਸਕਦਾ ਕਿ ਜਿਹੜੇ ਬਾਅਦ ਦੇ ਵਿੱਚ ਛੱਡ ਕੇ ਚਲੇ ਗਏ। ਉਹ ਜਿਹੜਾ ਖਾਸ ਕਰਕੇ ਉਹਨਾਂ ਦਾ ਏਜੰਡਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਸੀਗਾ ਉਹ ਸਾਨੂੰ ਇੰਨੀ ਜ਼ਿਆਦਾ ਜਿਹੜੀ ਸਾਨੂੰ ਆਮ ਆਦਮੀ ਪਾਰਟੀ ਨੂੰ ਇੰਨੀ ਜ਼ਿਆਦਾ ਸਪੋਰਟ ਮਿਲੀ। ਪਰ ਤੁਸੀਂ ਦੇਖੋ ਬਾਅਦ ਦੇ ਵਿੱਚ ਕੀ ਬਣਿਆ, ਇਹਨਾਂ ਨੂੰ ਕੱਢ ਕੇ ਬਾਹਰ ਮਾਰਤਾ। ਗਾਂਧੀ ਸਾਹਿਬ ਜਿਹੜੇ ਸੀ ਪੰਜਾਬ ਦੀ ਆਵਾਜ਼ ਕਹਿ ਸਕਦਾ ਮੈਂ ਉਹਨਾਂ ਨੂੰ, ਜਿਸ ਤਰੀਕੇ ਦੇ ਨਾਲ ਉਹ ਮੁੱਦੇ ਰੇਜ਼ ਕਰਦੇ ਆ ਜਾਂ ਮੁੱਦੇ ਰੇਜ਼ ਕੀਤੇ ਸੀਗੇ, ਜਿਹੜੇ ਮੁੱਦਿਆਂ ਨੂੰ ਰੇਜ਼ ਕਰਨ ਤੋਂ ਲੋਕੀ ਸੁਪਨੇ 'ਚ ਵੀ ਨਹੀਂ ਸੋਚ ਸਕਦੇ, ਉਹਨਾਂ ਨੇ ਉਸ ਸਮੇਂ ਦੇ ਵਿੱਚ ਉਦਾਂ ਦੇ ਮੁੱਦੇ ਰੇਜ਼ ਕੀਤੇ ਆ। ਖਾਸ ਕਰਕੇ ਜਦੋਂ ਕੁਝ ਵੱਡੇ ਡੇਰਿਆਂ ਨੇ ਲੋਕਾਂ ਦੀ ਜ਼ਮੀਨ ਜਿਹੜੀ ਹੈਗੀ ਸੀ ਉਹ ਇਨਕਰੋਚ ਕੀਤੀ ਸੀ, ਭਾਵੇਂ ਕਿ ਉਹਨਾਂ ਨੂੰ ਇਹਦੀ ਬਹੁਤ ਵੱਡੀ ਕੀਮਤ ਜਿਹੜੀ ਆ ਅਦਾ ਕਰਨੀ ਪਈ। ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਲੋਕੀ ਤਿਆਰ ਹੈ ਤਾਂ ਇਹ ਸਾਨੂੰ ਕੋਈ ਵਾਇਬਲ ਆਲਟਰਨੇਟਿਵ ਜਿਹੜਾ ਹੁਣ ਵੀ ਦੇਖੋ ਆਮ ਆਦਮੀ ਪਾਰਟੀ ਦਾ ਕੀ ਹਾਲ ਹੈ। ਅੱਜ ਤੋਂ 3-4-6 ਮਹੀਨੇ ਜਿਹੜਾ ਸੀਗਾ ਉਹ ਮੋਮੈਂਟਮ ਬਣ ਰਿਹਾ ਸੀਗਾ, ਪਰ ਹੌਲੀ ਮੋਮੈਂਟਮ ਜਿਹੜਾ ਵਾ ਉਹ ਹੋ ਰਿਹਾ। ਔਰ ਜਿਸ ਤਰੀਕੇ ਨਾਲ ਮੈਂ ਕਹਿੰਦਾ ਵੀ ਆਮ ਆਦਮੀ ਪਾਰਟੀ ਵਾਲੇ ਦਿੱਲੀ ਤੋਂ, ਉਹਨਾਂ ਦੇ ਕੌਣ ਆ ਬੰਦੇ ਇੱਥੇ ਦਿੱਲੀ ਤੋਂ ਸਪਾ ਸਲਾਰ ਆਉਂਦੇ ਆ, ਜਿਨ੍ਹਾਂ ਨੂੰ ਸ਼ਾਇਦ ਮੇਰੇ ਖਿਆਲ ਉਹ ਪਿਛਲੀ ਵਾਰੀ ਵੀ ਉਹਨਾਂ ਨੇ 2 ਦਿੱਲੀ ਦੇ ਵਿੱਚੋਂ ਆਏ ਸੀਗੇ, ਤਾਂ ਸਭ ਨੂੰ ਪਤਾ ਵੀ ਉਹ ਜਿਹੜੇ ਉਹਨਾਂ ਨੇ ਕੀ ਕਰਕੇ ਗਏ ਪੰਜਾਬ ਦੇ ਵਿੱਚ, ਔਰ ਕਿਸ ਕਿਸਮ ਦੇ ਉਹ ਕੈਂਡੀਡੇਟ ਚੁਣੇ ਆ, ਜਾਂ ਜੋ ਸਾਰਾ ਕੋਈ ਰਵਾਇਤੀ ਪਾਰਟੀਆਂ ਕਰਦੀਆਂ। ਸਾਨੂੰ ਇਹ ਪਤਾ ਲੱਗਾ ਵੀ ਉਹੀ ਉਹ ਕੰਮ ਕਰਦੇ ਰਹੇ, ਔਰ ਅਲਟੀਮੇਟਲੀ ਉਹਨਾਂ ਨੂੰ ਅਕਾਲੀਆਂ ਨੂੰ ਵੋਟ ਪਿਛਲੇ ਸਾਲ ਵਾਰੀ ਨਹੀਂ ਸੀ ਦੇਣੀ, ਆਪ ਚੋਇਸ ਹੈਗੀ ਸੀ, ਪਰ ਆਪ ਆਪਣੀਆਂ ਕੀ ਇਹਨੂੰ ਪੰਜਾਬੀ 'ਚ ਕਹਿ ਲਈਏ ਵੀ ਕੰਮਾਂ ਕਰਕੇ ਜਿਹੜਾ ਲੋਕਾਂ ਤੋਂ ਬਾਹਰ ਹੋ ਗਿਆ। ਹੁਣ ਵੀ ਕੀ ਹਾਲ ਹੈਗਾ ਕਿ ਇਸ ਵੇਲੇ ਲੋਕੀ ਤਰਾਸ ਕਰਦੇ ਫਿਰਦੇ ਆ, ਅੰਦਰੋਂ ਸੋਚਦੇ ਆ ਸਾਨੂੰ ਕੋਈ ਆਲਟਰਨੇਟਿਵ ਮਿਲ ਜਾਵੇ, ਪਰ ਅਲਟੀਮੇਟਲੀ ਤੁਹਾਨੂੰ ਕੋਈ ਵਾਇਬਲ ਆਲਟਰਨੇਟਿਵ ਨਹੀਂ ਮਿਲਦਾ। ਕਿਉਂਕਿ ਰਾਜਨੀਤੀ ਜਿਹੜੀ ਹੈਗੀ ਆ, ਲੋਕੀ ਜਦੋਂ ਵੋਟ ਪਾਉਣ ਲੱਗਦੇ ਆ 3 ਚੀਜ਼ਾਂ ਦਾ ਲੋਕੀ ਬਹੁਤ ਧਿਆਨ ਰੱਖਦੇ ਆ। ਇੱਕ ਤਾਂ ਪਾਰਟੀ ਦਾ ਧਿਆਨ ਰੱਖਦੇ ਆ ਕਿ ਪਾਰਟੀ 'ਚ ਬੈਠੇ ਲੋਕ ਕਿੰਨੇ ਕਮਿਟਮੈਂਟ ਵਾਲੇ ਆ। ਇੱਕ ਹੁੰਦਾ ਕਿ ਜਿਹੜਾ ਮੁੱਖ ਮੰਤਰੀ ਕੌਣ ਬਣੂਗਾ, ਤੇ ਤੀਸਰਾ ਹੁੰਦਾ ਕਿ ਕੈਂਡੀਡੇਟ ਕਿਹੜਾ ਹੋਊਗਾ। ਤਾਂ ਜੇ ਤੁਹਾਨੂੰ ਇਹ ਨਾ ਪਤਾ ਹੋਵੇ ਪਾਰਟੀ ਦੇ ਵਿੱਚ ਲੋਕ ਕਿਹੜੇ ਹੈ, ਤਾਂ ਫਿਰ ਇਹੀ ਹਾਲ BSP ਦਾ ਹੋਇਆ ਸੀਗਾ, ਇਹੀ ਹਾਲ ਇਹ ਤੀਸਰੇ ਆਲਟਰਨੇਟ ਦਾ ਹੁਣ ਹੋ ਰਿਹਾ। ਤਾਂ ਅਲਟੀਮੇਟਲੀ ਪੰਜਾਬ ਦੇ ਲੋਕਾਂ ਕੋਲ ਚੋਇਸ ਫਿਰ ਉਹੀ ਰਹਿ ਜਾਂਦੀ ਆ
ਕਿ ਜਿਹੜੀ ਲੈਸਰ ਈਵਲ ਹੈਗੀ ਆ ਜਾਂ ਜਿਹੜੀ ਘੱਟ ਈਵਲ ਹੈਗੀ ਆ ਉਹਨੂੰ ਕਹਿੰਦੇ ਚਲੋ ਸਰਕਾਰ ਤਾਂ ਬਣਾਉਣੀ ਹੈ, ਕਿਉਂਕਿ ਡੈਮੋਕ੍ਰੇਸੀ ਨੂੰ ਆਪਾਂ ਚੱਲਦੇ ਰੱਖਣਾ ਹੈ, ਡੈਮੋਕ੍ਰੇਸੀ ਨੂੰ ਕੋਲੈਪਸ ਨਹੀਂ ਹੋਣ ਦੇਣਾ। ਉਹਦੇ ਵਾਸਤੇ ਲੋਕਾਂ ਦੀ ਪਾਰਟਿਸਿਪੇਸ਼ਨ ਬਹੁਤ ਜ਼ਰੂਰੀ ਆ। ਫਿਰ ਜਿਹੜਾ ਉਹਨਾਂ ਨੂੰ ਆਲਟਰਨੇਟਿਵ ਮਿਲਦਾ ਫਿਰ ਉਸ ਪਾਸੇ ਵੱਲ ਨੂੰ ਲੋਕੀ ਤੁਰ ਜਾਂਦੇ ਆ। ਤਾਂ ਇਹ ਬਹੁਤ ਵੱਡੀ ਤਰਾਸਦੀ ਹੈਗੀ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਦੀ। ਪ੍ਰੋਫੈਸਰ ਸਾਹਿਬ, ਤੁਹਾਡੇ ਇਸ ਜਵਾਬ ਵਿੱਚ ਇੱਕ ਹੋਰ ਸਵਾਲ ਪੈਦਾ ਹੁੰਦਾ ਜਦੋਂ ਤੁਸੀਂ ਗੱਲ ਆਮ ਆਦਮੀ ਪਾਰਟੀ ਦੇ ਦਿੱਲੀ ਦਰਬਾਰ ਵਾਲੇ ਕਨੈਕਸ਼ਨ ਦੀ ਕਰਦੇ ਹੋ। ਇਹੀ ਕੁਝ ਕਾਂਗਰਸ ਦੇ ਵਿੱਚ ਵੀ ਸਪਸ਼ਟ ਨਜ਼ਰ ਆਉਂਦਾ ਕਿ ਸਿੱਧੂ ਸਾਹਿਬ ਤੇ ਚੰਨੀ ਸਾਹਿਬ ਨੂੰ ਲੈ ਕੇ ਜੋ ਕੁਝ ਸਾਡੇ ਸਾਰਿਆਂ ਦੇ ਸਾਹਮਣੇ ਹੀ ਹੈ ਕਿ ਚੱਲਦੀ ਤਾਂ ਉਹ ਵੀ ਦਿੱਲੀੋਂ ਦਰਬਾਰ ਤੋਂ ਹੀ ਆ, ਪਰ ਪੰਜਾਬੀ ਫਿਰ ਵੀ ਉਹਨੂੰ ਕਬੂਲ ਕਰ ਲੈਂਦੇ ਨੇ। ਜੇ ਅਕਾਲੀ ਦਲ ਵਾਲਿਆਂ ਨੂੰ ਪੁੱਛੋ ਤਾਂ ਜਿਹੜੇ ਉਹਨਾਂ ਦੇ ਹਮਾਇਤੀ ਨੇ ਉਹ ਕਹਿੰਦੇ ਨੇ ਕਿ ਤੁਸੀਂ ਖੇਤਰੀ ਪਾਰਟੀ ਨੂੰ ਕਿਉਂ ਨਹੀਂ ਅੱਗੇ ਰੱਖਦੇ, ਤੁਸੀਂ ਅਕਾਲੀ ਦਲ ਨੂੰ ਚੁਣ ਲਓ। ਜਦੋਂ ਤੁਹਾਨੂੰ ਦਿਖਦਾ ਕਿ ਕੇਜਰੀਵਾਲ ਸਾਹਿਬ ਵੀ ਦਿੱਲੀੋਂ ਪੰਜਾਬ ਨੂੰ ਚਲਾਉਣਾ ਚਾਹੁੰਦੇ ਨੇ ਤੇ ਕਾਂਗਰਸ ਵੀ ਸਿੱਧੇ ਤੌਰ ਦੇ ਉੱਤੇ ਤੁਹਾਡੇ ਸਾਹਮਣੇ ਹੈ, ਚੰਨੀ ਸਾਹਿਬ ਦਾ ਦੂਜੇ ਚੌਥੇ ਦਿਨ ਦਿੱਲੀ ਗੇੜਾ ਹੁੰਦਾ, ਤਾਂ ਇਹ ਸਭ ਦੇ ਵਿਚਾਲੇ ਫਿਰ ਉਹ ਖੇਤਰੀ ਪਾਰਟੀ ਨੂੰ ਝੁਕਾਉਣ ਦੀ ਗੱਲ ਕਰਦੇ ਨੇ। ਮੈਨੂੰ ਲੱਗਦਾ ਇਹ ਚੀਜ਼ਾਂ ਕੰਪੇਰੇਬਲ ਨਹੀਂ ਹੈ। ਕਾਂਗਰਸ ਪਾਰਟੀ ਦਾ ਇੱਕ ਆਰਗੇਨਾਈਜੇਸ਼ਨ ਸਟਰਕਚਰ ਹੈਗਾ ਔਰ ਉਹਦੇ ਵਿੱਚ ਇਹ ਹੁੰਦਾ ਕਿ ਲੋਕਾਂ ਦੀ ਪਹੁੰਚ ਜਿਹੜੀ ਹੈਗੀ ਆ ਉਹ ਜੇ ਇੱਥੇ ਕੋਈ ਸੂਤ ਨਹੀਂ ਆਉਂਦਾ ਤੇ ਲੋਕੀ ਉੱਥੇ ਕੋਈ ਮਾੜੀ ਮੋਟੀ ਸ਼ਿਕਾਇਤ ਕਰ ਦਿੰਦੇ ਆ, ਕੋਈ ਨਾ ਕੋਈ ਪੁੱਲ ਪ੍ਰੈਸ਼ਰ ਕਰਕੇ ਕੰਮ ਚਲਾ ਦਿੰਦੇ ਆ। ਜਿਹੜੀ ਗੱਲ ਤੁਸੀਂ ਕੀਤੀ ਅਕਾਲੀ ਦਲ ਦੀ, ਰੀਜਨਲ ਪਾਰਟੀਆਂ ਇਸ ਦੇਸ਼ ਦੀ ਜਿਹੜੀ ਹੈਗੀ ਆ ਫੈਡਰਲਿਜ਼ਮ ਵਾਸਤੇ ਬਹੁਤ ਜ਼ਰੂਰੀ ਹਨ। ਅਕਾਲੀ ਦਲ ਕਿਸੇ ਵੇਲੇ ਉਸ ਜਿਹੜਾ ਹੈਗਾ ਝੰਡੇ ਦਾ ਲੰਬੜਦਾਰ ਹੁੰਦਾ ਸੀਗਾ। ਇਹ ਰਾਜਾਂ ਦੇ ਅਧਿਕਾਰ ਵਾਸਤੇ ਸਭ ਤੋਂ ਵੱਧ ਰਿਸਪੈਕਟਫੁਲ ਪਾਰਟੀ ਜਿਹੜੀ ਸੀ ਉਹ ਅਕਾਲੀ ਦਲ ਹੁੰਦੀ ਸੀਗੀ। ਕਿਸੇ ਸਮੇਂ ਦੇ ਵਿੱਚ ਨੌਨ ਕਾਂਗਰਸ ਜਿਹੜੇ ਚੀਫ ਮਿਨਿਸਟਰ ਸੀ ਉਹਨਾਂ ਦੀ ਕਨਕਲੇਵ ਦੇ ਵਿੱਚ ਬਹੁਤ ਮੋਹਰੀ ਰੋਲ ਪਲੇ ਕਰਦਾ ਸੀਗਾ। ਪਰ ਹੁਣ ਇਹ ਹੋਇਆ ਕਿ ਜਿਹੜੀ ਅਕਾਲੀ ਦਲ ਹੈਗੀ ਆ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਅਕਾਲੀ ਦਲ ਨਹੀਂ ਹੈਗਾ। ਇਹ ਅਕਾਲੀ ਜਿਹੜੀ ਆ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਬਹਿ ਗਈ ਆ। ਔਰ ਉਹਦੇ ਵਿੱਚ ਪਿਛਲੇ ਸਮੇਂ 'ਚ ਆਪਾਂ ਦੇਖਿਆ 5 ਸਾਲਾਂ ਦੇ ਵਿੱਚ ਵੀ ਜੇ ਕਿਸੇ ਦੇ ਖਿਲਾਫ ਸ਼ਿਕਾਇਤ ਕਰਨੀ ਆ ਤੇ ਕਿਹਦੇ ਕੋਲ ਕਰੋਗੇ? ਕੋਈ ਤੁਹਾਡੇ ਕੋਲ ਵੱਖਰਾ ਢਾਂਚਾ ਨਹੀਂ ਹੈਗਾ, ਕੋਈ ਦੂਸਰਾ ਨਹੀਂ ਹੈਗਾ। ਹਾਂ, ਰੀਜਨਲ ਪਾਰਟੀ ਇਹ 'ਚ ਕੋਈ ਉਹ ਨਹੀਂ, ਪਰ ਦੂਸਰਾ ਪਾਸਾ ਹੈ ਕਿ ਇਸ ਵੇਲੇ ਜਿਹੜਾ ਕ੍ਰਾਈਸਿਸ ਆਫ ਕ੍ਰੈਡੀਬਿਲਿਟੀ ਜਿਹੜੀ ਹੈਗੀ ਆ ਉਹ ਅਕਾਲੀ ਦਲ ਲੀਡਰਸ਼ਿਪ ਦੀ ਹੈਗੀ ਆ। ਢਾਂਚਾ ਅਜੇ ਵੀ ਪਿਛਲੀਆਂ ਚੋਣਾਂ ਦੇ ਵਿੱਚ ਵੀ ਰੂਰਲ ਏਰੀਆ ਦੇ ਵਿੱਚ ਅਕਾਲੀ ਦਲ ਦਾ ਵੋਟ ਸ਼ੇਅਰ ਜਿਹੜਾ ਸੀ ਦੂਸਰੀਆਂ ਪਾਰਟੀਆਂ ਨਾਲੋਂ ਜ਼ਿਆਦਾ ਸੀਗਾ। ਮਾਰ ਖਾਦੀ ਸ਼ਹਿਰ ਦੇ ਵਿੱਚ ਕਾਂਗਰਸ ਦਾ ਐਡਵਾਂਟੇਜ ਜਿਹੜਾ ਉਹ ਸਿਟੀ ਦੇ ਵਿੱਚ ਹੋਇਆ, ਸ਼ਹਿਰ 'ਚ ਹੋਇਆ, ਪਿੰਡਾਂ ਦੇ ਵਿੱਚ ਤੁਸੀਂ ਵੋਟ ਸ਼ੇਅਰ ਕੱਢ ਕੇ ਵੇਖ ਲਓ। ਪਰ ਸਮੱਸਿਆ ਹੁਣ ਇਹ ਹੈਗੀ ਆ ਕਿ ਜਿਹੜੀ ਲੀਡਰਸ਼ਿਪ ਪਰਸੈਪਸ਼ਨਸ ਬਹੁਤ ਇੰਪੋਰਟੈਂਟ ਹੈ। ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਲੀਡਰਸ਼ਿਪ ਕਿੱਦਾਂ ਦੀ ਹੈਗੀ ਉਹ ਬਹੁਤ ਇੰਪੋਰਟੈਂਟ ਹੈਗੀ ਆ। ਮੈਨੂੰ ਇਹ ਲੱਗਦਾ ਕਿ ਅੱਜ ਅਜੇ ਤੱਕ ਵੀ ਲੋਕੀ ਉਸ ਚੀਜ਼ ਨੂੰ ਜਿਹੜਾ ਜਿੱਦਾਂ ਦੀ ਅਕਾਲੀ ਦਲ ਦਾ ਇਮੇਜਿਨੇਸ਼ਨ ਹੁੰਦਾ ਸੀਗਾ ਕਿ ਇਹ ਪਾਰਟੀ ਇਦਾਂ ਦੀ ਹੋਣੀ ਚਾਹੀਦੀ ਹੈ ਜਾਂ ਇਹ ਪਾਰਟੀ ਦਾ ਰਿਹਾ ਵਾ, ਸ਼ਾਇਦ ਜਿਹੜੀ ਹੁਣ ਵਾਲੀ ਲੀਡਰਸ਼ਿਪ ਵਾਸਤੇ ਬਹੁਤ ਵੱਡਾ ਚੈਲੰਜ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਉਸ ਜਿਹੜਾ ਇਮੇਜ ਨੂੰ ਜਾਂ ਉਹਨੂੰ ਐਸਟੈਬਲਿਸ਼ ਕਰ ਸਕਣ ਤੇ ਉਹਨਾਂ ਦੇ ਲੈਵਲ ਤੇ ਆ ਜਾਣ। ਦੂਸਰਾ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਇਸ ਕਰਕੇ 3 ਵੱਖਰੀਆਂ ਧਿਰਾਂ ਬਣਦੀਆਂ ਦੇ ਵਿੱਚੋਂ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਪਿਛਲੀਆਂ ਇਲੈਕਸ਼ਨ ਦੇ ਵਿੱਚ ਵੱਡਾ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ 'ਚ ਹੋ ਗਿਆ ਸੀਗਾ, ਜੇ ਆਮ ਆਦਮੀ ਪਾਰਟੀ ਦਾ ਇਹੀ ਮਤਲਬ ਜਿਹੜਾ ਕੜਮਾਸ ਚੱਲਦਾ ਰਿਹਾ ਤੇ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਹੋ ਸਕਦਾ ਕਿ ਵੱਡੇ ਮੁਕਾਬਲੇ ਤੋਂ ਵੀ ਥੋੜਾ ਬਹੁਤਾ ਪਿੱਛੇ ਹਟ ਜਾਵੇ। ਤੇ ਇਹ ਜਿਹੜੀ ਪੋਲਿਟਿਕਸ ਦਾ ਜ਼ੀਰੋ ਸਮ ਗੇਮ ਹੈ ਕਿ ਜੇ ਆਪ ਬਾਹਰ ਹਟਦੀ ਆ ਉਹਦਾ ਗੇਮ ਜਿਹੜਾ ਆਟੋਮੈਟਿਕਲੀ ਅਕਾਲੀਆਂ ਨੂੰ ਆਊਗਾ ਜਾਂ ਕਾਂਗਰਸ ਨੂੰ ਆਊਗਾ। ਜੇ ਕਾਂਗਰਸ ਦਾ ਲਾਸ ਹੈਗਾ ਤਾਂ ਨੈਚੁਰਲੀ ਦੂਸਰੀਆਂ ਪਾਰਟੀਆਂ ਨੂੰ ਆਊਗਾ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਆਲ ਡਿਪੈਂਡਸ ਔਨ ਦੈਟ ਕਿ ਆਪਾਂ ਕਈ ਵਾਰੀ ਇਹ ਕਹਿ ਦਿੰਦੇ ਆ ਸਾਡਾ ਆਪਣਾ ਤਜਰਬਾ ਹੈਗਾ, ਅਸੀਂ ਸਿੰਬਲ ਪੋਜ਼ਿਟਿਵ ਕੰਮਾਂ ਲਈ ਬਹੁਤ ਜ਼ਰੂਰੀ ਹੈ ਤੇ ਸਿੰਬਲ ਤੱਕੜੀ ਹੈ। ਜਾਂ ਕਿਸੇ ਸਮੇਂ 'ਚ ਗਾਂ ਵੱਛਾ ਹੁੰਦਾ ਸੀਗਾ ਜਾਂ ਹੱਥ ਸੀਗਾ ਜਾਂ ਜਿਹੜਾ ਕਮਲ ਸੀਗਾ ਜਾਂ ਝਾੜੂ ਸੀਗਾ, ਬਹੁਤ ਵੱਡੇ ਸਿੰਬਲ ਹੈ। ਪਰ ਹੁਣ ਗੱਲ ਸਿੰਬਲ ਤੋਂ ਅਗਲੇ ਪਾਸੇ ਕਿਰਦਾਰਾਂ ਵਾਲੇ ਪਾਸੇ ਚਲੇ ਗਈ ਕਿਉਂਕਿ ਇੰਨੇ ਤਾਂ ਲੋਕ ਪੋਲੀਟੀਕਲ ਹੋ ਹੀ ਗਏ ਨਾ ਸਮੇਂ ਦੇ ਨਾਲ। ਤਾਂ ਇਸ ਕਰਕੇ ਆਦਮੀ ਪੋਲੀਟੀਕਲ ਹੋ ਗਿਆ। ਅਸੀਂ ਪ੍ਰੈਡਿਕਟ ਕਰਨਾ ਜਾਂ ਪ੍ਰੋਜੈਕਟ ਕਰਨਾ ਕਿ ਕਿਹਨੂੰ ਐਡਵਾਂਟੇਜ ਹੋਊਗਾ, ਕੁਝ ਚੀਜ਼ਾਂ ਦਾ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਕਿ ਕਿਹੜਾ ਕਿੰਨੇ ਪਾਣੀ। ਜਿਹੜੀ ਪਾਰਟੀ ਆਪਣੇ ਲਗਾਤਾਰ ਕ੍ਰੈਡੀਬਿਲਿਟੀ ਐਸਟੈਬਲਿਸ਼ ਨਹੀਂ ਕਰ ਸਕਦੀ ਤੇ ਮੇਰੇ ਖਿਆਲ ਉਹਦੇ ਲਈ ਚੈਲੰਜ ਦੂਸਰੀਆਂ ਪਾਰਟੀਆਂ ਦੇ ਨਾਲੋਂ ਜ਼ਿਆਦਾ ਵੱਡਾ ਹੈ। ਮੇਰਾ ਆਖਰੀ ਸਵਾਲ ਹੈ ਪ੍ਰੋਫੈਸਰ ਸਾਹਿਬ, ਇਹ ਵੀ ਇੱਕ ਵੱਡਾ ਆ, ਸ਼ਾਇਦ ਇਹ ਵੀ ਲੰਮੀ ਚਰਚਾ ਮੰਗਦਾ ਹੈ ਕਿ ਲੋਕ ਕਿਸਾਨਾਂ ਤੋਂ ਜਿਵੇਂ ਮੈਂ ਕਿਹਾ ਕਿ ਕਾਫੀ ਉਮੀਦ ਰੱਖਦੇ ਨੇ ਕਿ ਅੰਦੋਲਨ ਸਿਰੇ ਲੱਗੇ ਤੇ ਅਸੀਂ ਪੰਜਾਬ ਦੇ ਵਿੱਚ ਇੱਕ ਨਵੀਂ ਵੱਖਰੀ ਸਿਆਸਤ ਬਦਲਾਅ ਜਿਹੜਾ ਉਹ ਦੇਖੀਏ।
ਚੜੂਨੀ ਸਾਹਿਬ ਕਹਿੰਦੇ ਕਿ ਮੈਂ ਪੰਜਾਬ ਦੇ ਵਿੱਚ 117 ਦੇ 117 ਸੀਟਾਂ ਤੇ ਉਮੀਦਵਾਰ ਖੜੇ ਕਰਨੇ ਨੇ। ਸੰਯੁਕਤ ਮੋਰਚਾ ਕਹਿੰਦਾ ਕਿ ਨਹੀਂ, ਪੰਜਾਬ ਦੀਆਂ 32 ਜਥੇਬੰਦੀਆਂ ਵੀ ਇਹ ਤੋਂ ਇਨਕਾਰ ਕਰਦੀਆਂ ਨੇ। ਪਰ ਇਸ ਸਭ ਦੇ ਵਿਚਾਲੇ ਜਿਹੜੀਆਂ ਚਰਚਾਵਾਂ ਕਿ ਪੰਜਾਬ ਇਸ ਵਾਰ ਨਹੀਂ ਬਚਦਾ ਜੇਕਰ ਉਹਨੂੰ ਸਹੀ ਸਿਆਸੀ ਜਿਹੜੀ ਹੈ ਉਹ ਧਿਰ ਨਹੀਂ ਮਿਲਦੀ, ਤੁਹਾਡਾ ਕੀ ਮੰਨਣਾ? ਤਾਂ ਫਿਰ ਪੰਜਾਬ ਕਿਵੇਂ ਬਚਦਾ? ਕਿਸਾਨ ਕਿੱਦਾਂ ਆਪਣਾ ਸਿਆਸੀ ਏਜੰਡਾ ਜਿਹੜਾ ਉਹ ਮਤਲਬ ਕਿ ਸਾਹਮਣੇ ਲੈ ਕੇ ਆਉਣ? ਮੈਨੂੰ ਲੱਗਦਾ ਹੈ ਕਿ ਮੇਰਾ ਪਰਸਨਲ ਵਿਊ ਹੈ ਕਿ ਚੜੂਨੀ ਸਾਹਿਬ ਪਤਾ ਨਹੀਂ ਕਿਉਂ ਪੰਜਾਬ 'ਚ ਇਹਨਾਂ ਇੰਟਰਸਟ ਲੈ ਰਹੇ ਆ। ਮੈਂ ਥੋੜਾ ਜਿਹਾ ਇਹਨਾਂ ਬਾਰੇ ਸਟੱਡੀ ਵੀ ਕੀਤੀ ਸੀਗੀ। ਅਜੇ ਮੈਂ ਹੋਰ ਦੇਖਣਾ ਚਾਹੁੰਦਾ ਵੀ ਕਿਹੜੀਆਂ ਫੋਰਸਿਸ ਜਿਹੜੀਆਂ ਹੈਗੀਆਂ ਉਹਦੇ ਨਾਲ ਲੈ ਕੇ ਚੱਲਦੇ ਆ। ਤੇ ਮੈਂ ਕੌਸ਼ੀਅਸਲੀ ਗੱਲ ਕਹਿ ਰਿਹਾ ਕਿ ਇਸ ਸਮੇਂ ਦੇ ਉੱਤੇ ਮੈਂ ਚਾਹੁੰਦਾ ਹਾਂ ਕਿ ਕਿਸਾਨ ਇੱਕ ਬਹੁਤ ਵੱਡੀ ਧਿਰ ਬਣ। ਲੋਕ ਚਾਹੁੰਦੇ ਆ ਕਿਸਾਨ ਬਹੁਤ ਵੱਡੀ ਧਿਰ ਬਣ। ਅਜੇ ਉਹ ਸਮਾਂ ਨਹੀਂ ਆਇਆ। ਅਜੇ ਸਮਾਂ ਹੈਗਾ ਏਜੰਡਾ ਸਾਹਮਣੇ ਰੱਖਣ ਦਾ। ਜੇ ਉਹ ਬਹੁਤ ਇਨਸਿਸਟ ਕਰਦੇ ਆ ਤੇ ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਮੇਰੇ ਆਪਣੇ ਹਿਸਾਬ ਦੇ ਨਾਲ ਭੁੱਲ ਹੋਊਗੀ। ਅਸੀਂ ਉਸ ਲੈਵਲ ਤੇ ਨਹੀਂ ਪਹੁੰਚੇ। ਜੇ ਖੁਦਾ ਨਾ ਖਾਸਤਾ, ਕਿਉਂਕਿ ਵੋਟਾਂ ਸਿਰਫ ਇਸ ਕਰਕੇ ਨਹੀਂ ਪੈਂਦੀਆਂ, ਇੱਕ ਫੈਕਟਰ ਨਹੀਂ ਹੁੰਦਾ ਵੋਟਾਂ ਪਾਉਣ ਵਾਸਤੇ, ਬਹੁਤ ਸਾਰੇ ਫੈਕਟਰ ਹੁੰਦੇ ਆ। ਇਸ ਕਰਕੇ ਇੱਕ ਨੰਬਰ ਇਹ। ਦੂਸਰਾ ਇਹ ਹੈਗਾ ਕਿ ਜਿਹੜੀਆਂ ਜਥੇਬੰਦੀਆਂ ਕਿਸਾਨ ਹੈਗੀਆਂ ਵਾ, ਇਹਨਾਂ ਨੇ ਬਹੁਤ ਵਧੀਆ ਗੱਲ ਆ ਕਿ 1 ਸਾਲ ਦੇ ਉਤੋਂ ਬਹੁਤ ਜ਼ਿਆਦਾ ਵਧੀਆ ਫੰਕਸ਼ਨਲ ਰਿਲੇਸ਼ਨਸ਼ਿਪ ਇਹਨਾਂ 'ਚ ਵੱਖ-ਵੱਖ ਵਿਚਾਰਧਾਰਾ ਦੇ ਲੋਕ ਆ। ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ ਹੈ। ਇਹ ਸੈਂਟਰ ਵਾਲੇ ਵੀ ਥੋੜੇ ਹੈਗੇ ਆ, ਸੈਂਟਰ ਆਫ ਦਾ ਲੈਫਟ ਵਾਲੇ ਵੀ ਹੈਗੇ ਆ, ਮਿਡਲ ਵਾਲੇ ਵੀ ਹੈਗੇ ਆ, ਲੈਫਟ ਵਾਲੇ ਵੀ ਹੈਗੇ ਆ, ਤੇ ਲੈਫਟ ਆਫ ਦਾ ਲੈਫਟ ਵਾਲੇ ਵੀ ਹੈਗੇ ਆ। ਤੋ ਇਹ ਸਭ ਤੋਂ ਵੱਡਾ ਜਿਹੜਾ ਫਸਟ ਸਟੈਪ ਜਿਹੜਾ ਕਿਸਾਨ ਜਥੇਬੰਦੀਆਂ ਦਾ ਸੀਗਾ ਉਹ ਇਹ ਹੈਗਾ ਵੀ ਇਹਨਾਂ ਨੇ ਆਪਣੇ ਜਿਹੜੀ ਰਿਲੇਸ਼ਨਸ਼ਿਪ ਜਿਹੜਾ ਹੈਗਾ ਜਾਂ ਫੰਕਸ਼ਨਲ ਯੂਨਿਟੀ ਜਿਹੜੀ ਆ ਉਹ ਰੱਖੀ ਆ। ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਕਿਸਾਨੀ ਧਿਰ ਹੈਗੀ ਆ, ਉਹਨੂੰ ਲਏ ਤੋਂ ਬਿਨਾਂ ਤੁਸੀਂ ਇਹ ਕੋਈ ਵੀ ਫੈਸਲਾ ਕਰੂਗਾ ਤਾਂ ਸੁਇਸਾਈਡਲ ਹੋਊਗਾ। ਨਾ ਸਿਰਫ ਉਸ ਵਾਸਤੇ, ਨਾ ਉਹਦੀ ਸੋ ਕਾਲਡ ਜਥੇਬੰਦੀ ਵਾਸਤੇ, ਪਰ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੀ ਇਹ ਸਭ ਤੋਂ ਵੱਡੀ ਕੋਸ਼ਿਸ਼ ਹੋਊਗੀ। ਸੋ ਮੇਰਾ ਤੇ ਇਹ ਹੈਗਾ ਵਾ ਕਿ ਤੁਹਾਡਾ ਅਜੇ ਤੁਸੀਂ ਮੋਮੈਂਟਮ ਤਿਆਰ ਕੀਤਾ, ਉਹ ਬਹੁਤ ਲੰਬਾ ਸਟੈਪ ਆ ਗਿਆ। ਕਾਨੂੰਨ ਵਾਪਸ ਕਰਾਉਣਾ ਜਿਹੜਾ ਵਾ ਉਹ ਇੱਕ ਸਟੈਪ ਹੈਗਾ। ਜੇ ਮੈਨੂੰ ਕੋਈ ਇਸ ਤਰੀਕੇ ਨਾਲ ਕਿਹਾ ਜਾਵੇ ਕਿ ਉਹ ਲੜਾਈ ਜਿੱਤੀ ਨਹੀਂ, ਇਹ ਲੜਾਈ ਜਿੱਤਣ ਦਾ ਕੰਮ ਸ਼ੁਰੂ ਹੋਇਆ ਵਾ। ਇਹ ਤੋਂ ਅੱਗੇ ਬਹੁਤ ਸਾਰੇ ਮਸਲੇ ਹੋਰ ਵਾ, ਕਿਉਂਕਿ ਜਿਸ ਕਿਸਮ ਦੀ ਸਾਡੀ ਕਿਸਾਨੀ ਬਣ ਗਈ ਆ ਉਹਦੇ ਵਿੱਚ ਹੋਰ ਬਹੁਤ ਕੁਝ ਕਰਨ ਦੀ ਲੋੜ ਆ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਜੇ ਕਿਸਾਨ ਜਥੇਬੰਦੀਆਂ, ਪੰਜਾਬ ਦੀਆਂ ਸਾਰੀ ਜਥੇਬੰਦੀਆਂ ਇਹਦਾ ਹੁੰਗਾਰਾ ਨਹੀਂ ਭਰਨਗੇ ਤੇ ਉਹਨਾਂ ਨੂੰ ਥੋੜਾ ਬੈਕ ਟਰੈਕ ਕਰਨਾ ਪਊਗਾ। ਮੈਨੂੰ ਨਹੀਂ ਸਮਝ ਆਉਂਦੀ ਵੀ ਉਹਨਾਂ ਦੇ ਮਗਰ ਕਿਹੜੇ ਲੋਕ ਹੈਗੇ ਆ ਕਿ ਜਿਹੜੇ ਉਹਨੂੰ ਮੋਹਰਾ ਬਣਾ ਕੇ ਤੇ ਜਿਹੜਾ ਵਰਤਣਾ ਚਾਹੁੰਦੇ ਆ। ਹਾਂ, ਇਹ ਤਾਂ ਪਤਾ ਹੈਗਾ ਕਿ ਜਿਹੜੇ ਲੋਕ ਹਾਸ਼ੀਏ ਤੇ ਚਲੇ ਗਏ, ਜਿਹੜੇ ਲੋਕ ਪਛਾਂ ਹਟ ਗਏ, ਔਰ ਜਿਹੜੇ ਲੋਕ ਇਸ ਵਜ੍ਹਾ ਕਰਕੇ ਕਿ ਅਸੀਂ ਇਲੈਕਸ਼ਨ ਲੜਦੇ ਹਾਂ, ਕਿਉਂਕਿ ਇਲੈਕਸ਼ਨ ਲੜਨ ਦੇ ਵਿੱਚ, ਲੜਾਉਣ ਦੇ ਵਿੱਚ ਸਾਡੀ ਡਾਇਸਪੋਰਾ ਦਾ ਬਹੁਤ ਵੱਡਾ ਹੱਥ ਹੈਗਾ। ਬਹੁਤ ਹਿੰਮਤ ਦਿੰਦੇ ਆ। ਹਿੰਮਤ ਦੇ ਨਾਲ ਨਾਲ ਉਹ ਹਰ ਕਿਸਮ ਦੀ ਮਦਦ ਕਰਦੇ ਆ। ਔਰ ਉਹ ਮਦਦ ਜਿਹੜੀ ਹੁੰਦੀ ਆ, ਤੁਹਾਨੂੰ ਪਤਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਇਸ ਕਿਸਮ ਦੇ ਜਿਹੜੇ ਸੀਗੇ ਦੋਸ਼ ਲਾਏ ਗਏ ਸੀਗੇ। ਤੋ ਇਸ ਕਰਕੇ ਏਜੰਡਾ ਕੀ ਆ? ਤੋ ਇਹ ਜਿਹੜਾ ਉਹਨਾਂ ਦੀ ਜਿਹੜੀ ਹੈਗੀ ਆ, ਮੈਂ ਵਿਅਕਤੀਗਤ ਉਹਨਾਂ ਦਾ ਇਲੈਕਸ਼ਨ ਹਰ ਬੰਦਾ ਲੜ ਸਕਦਾ, ਕੋਈ ਰੋਕ ਨਹੀਂ ਸਕਦਾ। ਪਰ ਚੰਦੂਨੀ ਸਾਹਿਬ ਜੇ ਇਹੀ ਆਪਣੀ ਹਿੰਮਤ ਹਰਿਆਣੇ ਦੇ ਵਿੱਚ ਕਰ ਦੇਣ, ਤੁਹਾਨੂੰ ਪਤਾ ਕਿ ਹਰਿਆਣੇ ਦੇ ਵਿੱਚ ਕਾਂਗਰਸ ਦਾ ਬੰਦਾ ਜਿਹੜਾ ਸੀ ਉਹ ਤੀਸਰੇ ਨੰਬਰ ਤੇ ਆਇਆ ਸੀਗਾ, ਤੇ ਬੀਜੇਪੀ ਦਾ ਜਿਹੜਾ ਵਿਅਕਤੀ ਸੀ ਉਹਨੂੰ ਹਰਾਉਣ ਦੇ ਵਿੱਚ ਜਿਹੜਾ ਉੱਥੋਂ ਬਾਈ ਇਲੈਕਸ਼ਨ ਦੇ ਵਿੱਚ, ਇਹ ਬਹੁਤ ਆਈ ਓਪਨਰ ਹੋਣਾ ਚਾਹੀਦਾ ਤੁਹਾਨੂੰ, ਸਾਨੂੰ ਔਰ ਸਾਰੇ ਕਿਸਾਨਾਂ ਨੂੰ। ਇਹ ਇੰਨਾ ਸਿੰਪਲ ਨਹੀਂ ਹੈਗਾ ਕਿ ਜਿਹੜੀ ਸਾਰੇ ਆ ਜਾਣਗੇ ਤੇ ਇਲੈਕਸ਼ਨ ਜਿੱਤੀ ਜਾਊਗੀ। ਹਰਿਆਣੇ ਦੇ ਵਿੱਚ ਜਿਹੜਾ ਪੁਰਾਣਾ ਕੈਂਡੀਡੇਟ ਸੀਗਾ, ਲੋਕ ਦਲ ਦੀ ਟ੍ਰੈਡੀਸ਼ਨਲ ਸੀਟ ਸੀਗੀ, ਉਹਦੇ ਵਿੱਚ ਉਹਨਾਂ ਦੀ ਜਿੱਤ ਦਾ ਸ਼ਾਇਦ ਮਾਰਜਨ ਪਹਿਲੋਂ ਨਾਲੋਂ ਘਟਿਆ ਸੀਗਾ। ਬੀਜੇਪੀ ਦਾ ਕੈਂਡੀਡੇਟ ਜਿਹੜਾ ਸੀਗਾ, ਜਿਹਨੂੰ ਸਾਰੇ ਸੋਚਦੇ ਪਤਾ ਨਹੀਂ ਜ਼ਮਾਨਤ ਜ਼ਬਤ ਹੋ ਜਾਊਗਾ, ਉਹ ਬਹੁਤ ਵੱਡੀ ਗਿਣਤੀ ਵੋਟਾਂ ਲੈ ਕੇ ਗਿਆ ਸੀਗਾ। ਕਾਂਗਰਸ ਦਾ ਬੰਦਾ ਜਿਹੜਾ ਬਹੁਤ ਥੱਲੇ ਬੈਠਾ ਸੀਗਾ, ਕਿ ਜਦੋਂ ਇਹ ਲੱਗਦਾ ਸੀ, ਕਿਉਂਕਿ ਚੰਦੂਨੀ ਸਾਹਿਬ ਹੂਡਾ ਸਾਹਿਬ ਦੇ ਨਾਲ ਵੀ ਇਹਨਾਂ ਦੀ ਗੱਲਬਾਤ ਤੇ ਚੱਲਦੀ ਰਹਿੰਦੀ ਸੀ, ਸਭ ਨੂੰ ਪਤਾ ਹੈ, ਸਿੰਪੈਥਾਈਜ਼ਰ ਆ। ਤਾਂ ਮੇਰਾ ਪਰਸਨਲ ਹੈਗਾ ਵੀ ਇਸ ਵੇਲੇ ਕਿਸਾਨਾਂ ਨੂੰ ਬਹੁਤ ਸਿਆਣੀ ਲੀਡਰਸ਼ਿਪ ਆ, ਉਹਨਾਂ ਨੂੰ ਆਪਣਾ ਏਜੰਡਾ ਕੰਸੋਲੀਡੇਟ ਕਰਨਾ ਚਾਹੀਦਾ ਹੈ, ਏਜੰਡਾ ਦੇਣਾ ਚਾਹੀਦਾ ਹੈ, ਏਜੰਡੇ ਨੂੰ ਮਨਾਉਣਾ ਚਾਹੀਦਾ ਹੈ। ਇੱਕ ਰਸਤਾ ਬਣੂਗਾ ਉਹਨਾਂ ਦੀ ਫੰਕਸ਼ਨ ਰਿਲੇਸ਼ਨਸ਼ਿਪ ਵਾਸਤੇ। ਫਿਰ ਉਹ ਜਥੇਬੰਦੀ ਬਣਾਉਂਦੇ ਆ ਤੇ ਫਿਰ ਕੋਈ ਹਰਜ ਨਹੀਂ ਹੈ, ਤੇ ਫਿਰ ਜੋ ਇਲੈਕਸ਼ਨ ਵੀ ਲੜਦੀ ਹੈ ਤਾਂ ਬਹੁਤ ਵਧੀਆ ਗੱਲ ਹੈ। ਪਰ ਕੱਲਾ ਇਸ ਮੁੱਦੇ ਨੂੰ ਲੈ ਕੇ, ਕਿਸਾਨੀ ਸੰਘਰਸ਼ ਨੂੰ ਸਾਹਮਣੇ ਰੱਖ ਕੇ ਇਲੈਕਸ਼ਨ ਲੜਨਾ ਤੇ ਫਿਰ ਇਹ ਸੋਚਣਾ ਕਿ ਅਸੀਂ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਲਾਂਗੇ, ਮੈਨੂੰ ਜਾਪਦਾ ਵੀ ਇਹ ਬਹੁਤ ਵੱਡਾ ਇੱਕ ਭੁਲੇਖਾ ਹੋ ਸਕਦਾ ਵਾ ਇਸ ਵੇਲੇ।
ਜੀ ਬਿਲਕੁਲ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ, ਥੈਂਕ ਯੂ। ਮੇਰੇ ਨਾਲ ਮੌਜੂਦ ਸਨ ਹੋਗੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।